ਸਤਿਕਾਰਯੋਗ ਪੰਜਾਬੀਓ, ਅੱਜ ਔਨ ਸਕਾਈ ਰੇਡੀਓ ਅਤੇ ਟੀਵੀ ਦੇਖ ਰਿਹਾ ਹੈ, ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਜੀ ਆਇਆਂ ਨੂੰ ਕਰਦੇ ਹਾਂ। ਔਰ ਸਾਡਾ ਇਹ ਕਲਮਾਂ ਦਾ ਸਫ਼ਰ ਹਮੇਸ਼ਾ ਜਾਰੀ ਰਹਿੰਦਾ। ਵਹਿੰਦਾ ਦਰਿਆ ਕਲਮ ਜਿਹੜੀ ਆ ਉਹ ਕਦੇ ਰੁਕਣੀ ਨਹੀਂ ਚਾਹੀਦੀ। ਕਲਮ ਚੰਗਾ ਲਿਖਦੀ ਰਹੇ, ਕਲਮ ਸਮਾਜ ਨੂੰ ਕਦਰਾਂ ਕੀਮਤਾਂ ਦਿੰਦੀ ਰਹੇ। ਇੱਕ ਕਲਮ ਹੀ ਆ ਜਿਹਦੇ ਨਾਲ ਅਸੀਂ ਬੁਲੰਦੀਆਂ ਛੂਹ ਸਕਦੇ ਹਾਂ। ਸੋ ਸਾਡੀ ਹਮੇਸ਼ਾ ਹੀ ਮੈਂ ਹਮੇਸ਼ਾ ਹੀ ਗੱਲ ਕਰਦਾ ਕਿ ਕੋਸ਼ਿਸ਼ ਰਹਿੰਦੀ ਆ ਕਿ ਸਾਡੇ ਇਸ ਕਲਮਾਂ ਦੇ ਸਫ਼ਰ ਵਿੱਚ ਕਲਮਾਂ ਦੇ ਉਹ ਰਾਹੀ ਨੇ ਜਿਨ੍ਹਾਂ ਨੇ ਕਲਮ ਦੇ ਨਾਲ ਨਵੀਆਂ ਪੈੜਾਂ ਪਾਈਆਂ ਨੇ ਔਰ ਨਵਾਂ ਕੁਝ ਲਿਖਿਆ, ਸਮਾਜ ਨੂੰ ਨਵਾਂ ਦਿੱਤਾ, ਸੇਧ ਦਿੱਤੀ ਔਰ ਸਮਾਜ ਉਹਨਾਂ ਨੂੰ ਅੱਜ ਵੀ ਯਾਦ ਕਰਦਾ ਔਰ ਕਰਦਾ ਰਹੇਗਾ। ਇਹ ਉਹ ਲੋਕ ਨੇ ਜਿਹੜੇ ਕਲਮ ਨੂੰ ਆਪਣਾ ਹਥਿਆਰ ਬਣਾਉਂਦੇ ਨੇ, ਵਿਚਾਰ ਨੂੰ ਆਪਣਾ ਹਥਿਆਰ ਬਣਾਉਂਦੇ ਨੇ ਔਰ ਸੰਵਾਦ ਰਚਾਉਂਦੇ ਨੇ ਆਪਣੇ ਆਪ ਨਾਲ, ਆਪਣੇ ਆਲੇ ਦੁਆਲੇ ਨਾਲ, ਆਪਣੇ ਵਾਤਾਵਰਨ ਨਾਲ, ਆਪਣੀ ਜ਼ਰਖੇਜ਼ ਜ਼ਮੀਨ ਨਾਲ ਔਰ ਆਪਣੀ ਅੰਤਰ ਆਤਮਾ ਨਾਲ। ਹਮੇਸ਼ਾ ਹੀ ਇਹ ਸੰਵਾਦ ਚੱਲਦਾ ਰਹਿੰਦਾ, ਉਲਝਦੇ ਰਹਿੰਦੇ ਨੇ, ਵਿੱਚੋਂ ਨਿਕਲਦੇ ਰਹਿੰਦੇ ਨੇ, ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਔਰ ਇਹ ਜ਼ਰਖੇਜ਼ਤਾ ਜਿਹੜੀ ਆ ਉਹ ਹਮੇਸ਼ਾ ਹੀ ਇਹਨਾਂ ਦੇ ਪੱਲੇ ਵਿੱਚ ਰਹਿੰਦੀ ਆ। ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਜ਼ਰਖੇਜ਼ ਜ਼ਮੀਨ ਵਾਲੇ ਜਿਹੜੇ ਲੋਕ ਨੇ ਉਹ ਸਾਡੇ ਕੋਲ ਆਉਣ ਔਰ ਅਸੀਂ ਆਪਣੇ ਪੰਜਾਬੀ ਭਰਾਵਾਂ ਦੇ ਉਹਨਾਂ ਨੂੰ ਰੂਬਰੂ ਕਰਦੇ ਰਹੀਏ। ਸੋ ਇਹੋ ਜਿਹੀ ਇੱਕ ਜ਼ਰਖੇਜ਼ ਸੁਭਾਅ ਲੈ ਕੇ ਇੱਕ ਸਿਰਜਣਾਤਮਕ ਪ੍ਰਤਿਭਾ ਜਿਹੜੀ ਸਾਡੇ ਵਿੱਚ ਅੱਜ ਪਹੁੰਚੀ ਆ, ਦੀਪਕ ਚਨਾਰਥਲ। ਮੈਨੂੰ ਲੱਗਦਾ ਕਿ ਇਹ ਸਾਡੇ ਪੰਜਾਬੀਆਂ ਵਾਸਤੇ ਕੋਈ ਨਵਾਂ ਨਾਂ ਨਹੀਂ, ਕਿਉਂਕਿ ਜਦੋਂ ਵੀ ਅਸੀਂ ਇਹਨਾਂ ਦੀ ਪੱਤਰਕਾਰਤਾ ਦੇਖਦੇ ਹਾਂ, ਸਾਹਿਤ ਦੇਖਦੇ ਹਾਂ, ਸੋ ਉਸ ਵੇਲੇ ਦੀਪਕ ਚਨਾਰਥਲ ਦਾ ਨਾਮ ਜਿਹੜਾ ਉਹ ਬੜਾ ਉੱਭਰਵੇਂ ਰੂਪ 'ਚ ਸਾਹਮਣੇ ਆਉਂਦਾ। ਔਰ ਵਿਸ਼ੇਸ਼ ਕਰਕੇ ਜਦੋਂ ਅਸੀਂ ਕਿਸਾਨੀ ਸੰਘਰਸ਼ ਦੇ ਦੌਰ ਦੀ ਪੱਤਰਕਾਰੀ ਦੀ ਗੱਲ ਕਰਦੇ ਹਾਂ ਤੇ ਜਿੱਥੇ ਬਹੁਤ ਸਾਰੇ ਉੱਥੇ ਪੱਤਰਕਾਰਾਂ ਨੇ ਆਪਣੀ ਪੱਤਰਕਾਰੀ ਕੀਤੀ ਔਰ ਮੈਨੂੰ ਲੱਗਦਾ ਕਿ ਜ਼ਿਆਦਾ ਦੇ ਨਾਮ ਨਹੀਂ ਸਾਨੂੰ ਚੇਤੇ ਹੋ ਸਕੇ, ਬਹੁਤ ਸਾਰੇ ਚੈਨਲ ਵੀ ਸਾਨੂੰ ਭੁੱਲ ਗਏ ਹੋਣਗੇ, ਪਰ ਦੀਪਕ ਚਨਾਰਥਲ ਉਸ ਵੇਲੇ ਵੀ ਸਾਡੀਆਂ ਅੱਖਾਂ ਸਾਹਮਣੇ ਇੱਕ ਨਾਂ ਆ ਜਾਂਦਾ ਕਿ ਇਸ ਵਿਅਕਤੀ ਨੇ, ਇਸ ਸ਼ਖਸੀਅਤ ਨੇ ਕੁਝ ਕਰਕੇ ਦਿਖਾਇਆ। ਸੋ ਅਖੀਰ ਤੱਕ ਕਿਸਾਨੀ ਸੰਘਰਸ਼ ਦੇ 1 ਸਾਲ ਤੱਕ, 13 ਮਹੀਨਿਆਂ ਤੱਕ ਇਹ ਇੱਕ ਜੂਝਣ ਵਾਲਾ ਜਿਹੜਾ ਇਨਸਾਨ ਆ ਉਹ ਸਾਡੇ ਵਿੱਚ ਆ ਜੀ। ਅਸੀਂ ਬਹੁਤ ਆਪਣਾ ਧੰਨਵਾਦ ਸਮਝਦੇ ਹਾਂ ਕਿ ਦੀਪਕ ਚਨਾਰਥਲ ਹੋਣਾ ਨੇ ਅੱਜ ਬੜਾ ਬਿਜ਼ੀ ਸ਼ਡਿਊਲ ਸੀ, ਜਿਹਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਕੁਝ ਪਲ ਸਾਂਝੇ ਕਰਕੇ ਅਸੀਂ ਉਹ ਪਲ ਚੁਰਾ ਲਏ ਨੇ ਇਹਨਾਂ ਦੇ, ਸੋ ਸਾਡੇ ਵਿੱਚ ਪਹੁੰਚੇ ਨੇ। ਸੋ ਤੁਹਾਡਾ ਔਨ ਸਕਾਈ ਮੀਡੀਆ ਪਰਿਵਾਰ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਜ਼ਿਆਦਾ ਵਧਾ ਕੇ ਕਹੀਆਂ, ਐਡਾ ਜੋਗਾ ਨਹੀਂ ਹੈ ਇਹ ਜਿਹੜੀ ਗੱਲ ਆ ਜੀ। ਦੇਖੋ ਗੱਲਾਂ ਚੋਂ ਗੱਲ ਨਿਕਲ ਆਉਂਦੀ ਆ, ਪਰ ਸਾਨੂੰ ਜਾਪਦਾ ਹੁੰਦਾ ਵੀ ਅਸੀਂ ਜਿਹੜੇ ਸਾਡੇ ਮਹਿਮਾਨ ਨੇ, ਆਮ ਤੌਰ ਤੇ ਸਾਡਾ ਪੰਜਾਬੀਆਂ ਦਾ ਇਦਾਂ ਸੁਭਾਅ ਵੀ ਹੈਗਾ ਵਾ ਕਿ ਅਸੀਂ ਸਿਫਤਾਂ ਕਰਦੇ, ਪਰ ਸਿਫਤਾਂ ਕਰਨ ਵਾਲਿਆਂ ਦੀਆਂ ਕੀਤੀਆਂ ਜਾਂਦੀਆਂ ਨੇ ਨਾ। ਸੋ ਮੈਂ ਦੀਪਕ ਚਨਾਰਥਲ ਹੋਣਾ ਨੂੰ ਜਿਹੜਾ ਇੱਕ ਸਪਾਟ ਜਿਹਾ ਸਵਾਲ ਜਿਹੜਾ ਅਸੀਂ ਆਮ ਤੌਰ ਤੇ ਕਰਦੇ ਹਾਂ ਵੀ ਇਹ ਪੰਜਾਬੀ ਸਰੋਤਿਆਂ ਦੀ ਉਤਸੁਕਤਾ ਵੀ ਹੁੰਦੀ ਆ ਵੀ ਬੰਦਾ ਕਿਹੜੀ ਜ਼ਮੀਨ 'ਚੋਂ ਪੈਦਾ ਹੋਇਆ, ਕਿੱਥੋਂ ਪੈਦਾ ਹੋਇਆ ਉਹ ਵਿਅਕਤੀ। ਅਸੀਂ ਆਲੇ ਦੁਆਲੇ ਨੂੰ ਜਾਣਦੇ ਹੁੰਦੇ ਹਾਂ, ਅਸੀਂ ਕਪੂਰਥਲੇ ਤੋਂ ਜਲੰਧਰ ਤੱਕ ਦਾ ਸਫ਼ਰ ਕਰਦੇ, ਪਟਿਆਲੇ ਤੱਕ ਦਾ ਸਫ਼ਰ ਕਰਦੇ ਹਾਂ। ਸੋ ਉਹ ਵਿਅਕਤੀ ਜਿਹਨੇ ਇੰਨਾ ਲੰਮਾ ਸਫ਼ਰ ਤੈਅ ਕੀਤਾ ਔਰ ਉਮਰ ਵੀ ਇੰਨੀ ਜ਼ਿਆਦਾ ਨਹੀਂ, ਔਰ ਉਹ ਬੰਦਾ ਕਿੱਥੋਂ ਪੈਦਾ ਹੋਇਆ, ਕੀ ਪੜ੍ਹਿਆ ਉਹਨੇ, ਕਿੱਦਾਂ ਦੀ ਉਹਦੀ ਜ਼ਮੀਨ ਸੀ ਜਿਹਦੇ ਵਿੱਚੋਂ ਪੈਦਾ ਹੋਇਆ, ਉਹ ਸਾਨੂੰ ਆਪਣੇ ਬਾਰੇ, ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਮੁੱਢਲਾ ਸਫ਼ਰ ਆ ਉੱਥੋਂ ਜਿਹੜਾ ਸਫ਼ਰ ਆਪਣਾ ਸ਼ੁਰੂ ਕਰੋ। ਮੈਂ ਜਿਹੜਾ ਪੈਦਾ ਹੋਣ ਵਾਲੀ ਕਹਾਣੀ ਆ, ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿੱਥੇ ਜ਼ੁਲਮ ਮੂਹਰੇ ਸ਼ੀਸ਼ ਨਹੀਂ ਝੁਕਾਇਆ ਸਾਹਿਬਜ਼ਾਦਿਆਂ ਨੇ, ਕੰਧਾਂ 'ਚ ਚਿੰਨ੍ਹਾਂ ਸਰਕਾਰ। ਵਾਹ ਜੀ ਵਾਹ ਜੀ। ਮੈਂ ਉਸ ਸ਼ਹਾਦਤ ਦੀ ਧਰਤੀ ਫਤਿਹਗੜ੍ਹ ਸਾਹਿਬ ਤੋਂ ਹਾਂ। ਫਤਿਹਗੜ੍ਹ ਸਾਹਿਬ ਦਾ ਪਿੰਡ ਚਨਾਰਥਲ ਕਲਾਂ ਮੇਰੀ ਭੋਈ ਆ, ਜਿਸ ਮਿੱਟੀ 'ਚ ਜਨਮਿਆ, ਖੇਲਿਆ, ਪੜ੍ਹਿਆ। ਤੇ ਇੱਕ ਸਰੀਰਕ ਜਨਮ ਹੁੰਦਾ, ਇੱਕ ਤੁਹਾਡਾ ਵਿਅਕਤੀਤਵ ਦਾ ਜਨਮ ਹੁੰਦਾ, ਇਨਸਾਨੀਅਤ ਦਾ ਜਨਮ। ਮੇਰਾ ਕਿਰਤ ਦਾ, ਮੇਰਾ ਕਿੱਤੇ ਦਾ ਜਨਮ ਮੇਰਾ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੋਂ ਹੋਇਆ, ਮੇਰੇ ਨਾਨਕਿਆਂ ਦੀ ਧਰਤੀ। ਇਸ ਲਈ ਉਹ ਦਸਮ ਪਿਤਾ ਦਾ ਲਹੂ ਅੰਦਰ ਆ, ਉਹ ਇਸ ਮਿੱਟੀ ਦੀ ਸ਼ਹਾਦਤ ਵਾਲੀ ਅੰਦਰ ਮਤਲਬ ਕਿ ਇੱਕ ਰੂਹ ਆ, ਸੋ ਜਿਹੜੀ ਤੁਹਾਨੂੰ ਨਾ ਹਾਰਨ ਦਿੰਦੀ ਆ, ਨਾ ਕਿਤੇ ਮਤਲਬ ਕਿ ਭਟਕਣ ਦਿੰਦੀ ਆ। ਮੇਰੇ ਬਾਪੂ ਨੌਕਰੀ ਕਰਦਾ ਸੀ ਜਦੋਂ, ਤਾਂ ਉਹ ਜਲੰਧਰ ਸੀਗੇ, ਉਹਨਾਂ ਦਾ ਇੱਥੇ ਵਿਆਹ ਹੋਇਆ ਤੇ ਉਹ ਜਿਹੜਾ ਸਰਟੀਫਿਕੇਟ ਮਿਲਦਾ ਨਗਰ ਨਿਗਮ ਤੋਂ ਜਨਮ ਵਾਲਾ, ਉਹ ਮੇਰਾ ਜਲੰਧਰ ਦਾ।
ਤੇ ਫਿਰ ਦਾਦਾ ਜੀ ਹੋਰਾਂ ਦੀ ਸਿਹਤ ਜਦੋਂ ਢਿੱਲੀ ਹੋਈ, ਫਿਰ ਬਾਪੂ ਨੇ ਫਿਰ ਵਾਪਸ ਬਦਲੀ ਕਰਾਈ ਤੇ ਅਸੀਂ ਪਿੰਡ ਗਏ। ਤੇ ਮੈਂ ਮਤਲਬ ਕੱਚੀ ਤੋਂ ਲੈ ਕੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਚਨਾਥਲ ਦੇ ਸਰਕਾਰੀ ਸਕੂਲ 'ਚ ਕੀਤੀ ਹੈ। ਤੇ ਉਸ ਤੋਂ ਬਾਅਦ ਫਿਰ ਚਲੋ ਚਾਲਾ ਜੀਵਨ 'ਚ ਫਿਰ 12ਵੀਂ ਤੱਕ ਦੀ ਪੜ੍ਹਾਈ ਜਾ ਕੇ ਮੈਨੂੰ ਦਿੱਲੀ ਕਰਨੀ ਪਈ। ਅੱਛਾ ਤੇ ਜੀ। ਫਿਰ ਕਾਲਜ ਦੀ ਪੜ੍ਹਾਈ ਮੈਂ ਬੀਕਾਮ ਕਰਨ ਦੇ ਲਈ ਨੰਗਲ ਆਇਆ, ਨਾਨਕੇ ਅਨੰਦਪੁਰ ਸਾਹਿਬ ਸੀ। ਤੇ ਉੱਥੇ ਹੀ ਮੇਰੀ ਲਿਖਤ ਨਾਲ ਵਾਹ ਪੈਂਦਾ, ਉੱਥੇ ਹੀ ਮੇਰਾ ਸ਼ਬਦਾਂ ਨਾਲ ਵਾਹ ਪੈਂਦਾ, ਉੱਥੇ ਮੈਨੂੰ ਪਤਾ ਲੱਗਦਾ ਕਿ ਮੇਰੀ ਜ਼ਿੰਦਗੀ ਤਾਂ ਇਹਨਾਂ 'ਚ ਧੜਕਦੀ ਆ। ਕੀ ਬਾਤ ਹੈ। ਸੋ ਜਿਹੜੀ ਜਦੋਂ ਤੱਕ ਮੇਰੀ ਪਹਿਚਾਣ ਦਾ ਸਵਾਲ ਹੈ, ਆਪਣੀਆਂ 17 'ਚ ਜਵਾਬ ਦਿੰਦਾ। ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ, ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ ਕਿ ਮੈਂ ਸਾਊਪਣੇ ਦੀ ਪਹਿਚਾਣ ਰੱਖਦਾ। ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ ਕਿ ਮੈਂ ਸਾਊਪਣੇ ਦੀ ਪਹਿਚਾਣ ਰੱਖਦਾ। ਬਾਹਰੋਂ ਵਹਿੰਦਾ ਸ਼ਾਂਤ ਦਰਿਆ ਹਾਂ, ਅੰਦਰੋਂ ਸਮੁੰਦਰੀ ਤੂਫਾਨ ਰੱਖਦਾ। ਕੀ ਬਾਤ। ਹੋਵੇ ਹਿਸਾਬ ਜਦੋਂ ਯਾਰਾਂ ਦੀਆਂ ਖੁਸ਼ੀਆਂ ਦਾ, ਹੋਵੇ ਹਿਸਾਬ ਜਦੋਂ ਯਾਰਾਂ ਦੀਆਂ ਖੁਸ਼ੀਆਂ ਦਾ, ਸਭਨਾਂ ਦੀ ਖੁਸ਼ਹਾਲੀ ਖਾਤਰ ਤਲੀ ਤੇ ਜਾਨ ਰੱਖਦਾ। ਲੱਖ ਬਰੇ ਧੋਖੇਬਾਜ਼ੀ ਦਾ ਮੀਂਹ, ਬਾਪੂ ਤੇਰੀ ਦਿੱਤੀ ਇਮਾਨਦਾਰੀ ਦੀ ਛਤਰੀ ਤਾਣ ਰੱਖਦਾ। ਰਹਿਣ ਬਸੇਰਾ ਹੈ ਮੇਰਾ ਮੁਰਦਿਆਂ ਦੀ ਬਸਤੀ, ਰਹਿਣ ਬਸੇਰਾ ਹੈ ਮੇਰਾ ਮੁਰਦਿਆਂ ਦੀ ਬਸਤੀ। ਇਸ ਕਬਰਗਾਹ 'ਚ ਵੀ ਜਿੰਦਾ ਜ਼ਮੀਰ ਰੱਖਦਾ, ਇਸ ਕਬਰਗਾਹ 'ਚ ਵੀ ਜਿੰਦਾ ਜ਼ਮੀਰ ਰੱਖਦਾ। ਇੰਨੀ ਪਹਿਚਾਣ ਆ ਬਈ ਮੈਨੂੰ। ਜਦੋਂ ਨਾ ਆਮ ਤੌਰ ਤੇ ਤੁਸੀਂ ਸਾਡੇ ਪੰਜਾਬੀ ਭਰਾਵਾਂ ਨੂੰ ਵੀ ਜਦੋਂ ਅਸੀਂ ਦੀਪਕ ਚਨਾਰਥਲ ਨੂੰ ਦੇਖਦੇ ਹਾਂ ਤੇ ਸਾਨੂੰ ਲੱਗਦਾ ਇੱਕ ਕਠੋਰ ਜਿਹਾ ਵਿਦਰੋਹੀ ਜਿਹਾ ਬੰਦਾ ਸਾਡੇ ਸਾਹਮਣੇ ਬੈਠਾ ਨਾ। ਤੇ ਮੈਂ ਇਹਨਾਂ ਦੀਆਂ ਕੁਝ ਇਹਦੇ ਇਨਸੀਡੈਂਟ ਨੇ ਜ਼ਿੰਦਗੀ ਦੇ ਜਿੱਥੇ ਮੈਨੂੰ ਲੱਗਦਾ ਵੀ ਇਹਨਾਂ ਦੀ ਅੱਖਾਂ 'ਚੋਂ ਹੰਝੂ ਆ ਜਾਂਦੇ, ਭਾਵੁਕ ਹੋ ਜਾਂਦੇ ਆ। ਖਾਸ ਕਰਕੇ ਉਹ ਨੰਗਲ ਦਾ ਜ਼ਿਕਰ ਕਰਦੇ ਆ, ਜਦੋਂ ਇਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਸਟੇਜ ਤੇ ਬੁਲਾਇਆ ਤੇ ਸਾਹਮਣੇ ਟੀਚਰ ਬੈਠੇ ਉਸ ਕਾਲਜ ਦੇ ਵਿੱਚ ਜਿੱਥੇ ਨੰਗਲ ਦੇ ਵਿੱਚ ਇਹ ਪੜ੍ਹੇ ਸੀ। ਉਹ ਕੋਈ ਭਾਵੁਕ ਪਲ ਜਿਹੜੇ ਆ ਉਹ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ, ਕਿਉਂਕਿ ਤੁਹਾਡੀ ਇੱਕ ਸ਼ਖਸੀਅਤ ਦਾ ਪੱਖ, ਇੱਕ ਪੱਤਰਕਾਰਤਾ ਵਾਲਾ, ਇੱਕ ਸਾਹਿਤਕਾਰ ਵਾਲਾ, ਇੱਕ ਇਮੋਸ਼ਨਲ ਪੱਖ ਵੀ ਹੈਗਾ। ਉਹ ਦੀਪਕ ਚਨਾਰਥਲ ਜਿਹੜਾ ਇਦਾਂ ਲੱਗਦਾ ਵੀ ਸ਼ਾਇਦ ਇਹ ਮੋਮ ਵਰਗਾ ਵੀ ਬੰਦਾ ਵਾ, ਇੱਕ ਝੱਟ ਐ ਹੋ ਜਾਂਦਾ। ਹਾਂਜੀ ਬਿਲਕੁਲ। ਦੇਖੋ, ਜੇ ਤੁਸੀਂ ਧੜਕਦੇ ਦਿਲ ਵਾਲਾ ਇਨਸਾਨ ਹੋ, ਜੇਕਰ ਤੁਹਾਡੇ ਅੰਦਰ ਜਾਨ ਹੈ ਤਾਂ ਤੁਹਾਡੇ ਅੰਦਰ ਹਾਸਾ ਵੀ ਹੋਣਾ ਚਾਹੀਦਾ, ਤੁਹਾਡੇ ਅੰਦਰ ਰੋਣਾ ਵੀ ਹੋਣਾ ਚਾਹੀਦਾ, ਤੁਹਾਡੇ ਅੰਦਰ ਖੁਸ਼ੀ ਵੀ ਹੋਣੀ ਚਾਹੀਦੀ, ਤੁਹਾਨੂੰ ਗਮ ਸਮਾਉਣਾ ਵੀ ਆਉਣਾ ਚਾਹੀਦਾ। ਤੇ ਨਹੀਂ ਤਾਂ ਫਿਰ ਪੱਥਰ ਹੋ ਤੁਸੀਂ। ਜੇ ਤੁਹਾਨੂੰ ਖੁਸ਼ੀ ਵਾਲੀ ਚੀਜ਼ ਤੇ ਖੁਸ਼ੀ ਨਹੀਂ ਆਉਂਦੀ ਤੇ ਤੁਹਾਨੂੰ ਦੁੱਖ ਵਾਲੀ ਚੀਜ਼ ਤੇ ਰੋਣਾ ਨਹੀਂ ਆਉਂਦਾ, ਫਿਰ ਤੁਸੀਂ ਇਨਸਾਨ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਸੋ ਇਸ ਲਈ ਉਹ ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਮੈਂ ਜਦੋਂ ਜ਼ਿੰਦਗੀ ਦਾ ਸਫ਼ਰ ਪਿੰਡੋਂ ਸ਼ੁਰੂ ਕੀਤਾ ਤਦ ਮੈਂ ਨਹੀਂ ਜਾਣਦਾ ਸੀਗਾ ਕਿ ਅੰਦੋਲਨ ਕੀ ਹੁੰਦੇ ਨੇ, ਧਰਨੇ ਕੀ ਹੁੰਦੇ ਨੇ, ਪ੍ਰਦਰਸ਼ਨ ਕੀ ਹੁੰਦੇ ਨੇ। ਸਾਡੇ ਸਕੂਲ 'ਚ ਪੰਜਾਬੀ ਟ੍ਰਿਬਿਊਨ ਅਖਬਾਰ ਹੁੰਦੀ ਸੀ। ਸਵੇਰੇ ਮਾਸਟਰ ਨੇ ਉਹਦੇ ਉੱਤੇ ਗੋਲ ਚੱਕਰ ਮਾਰ ਕੇ ਮੈਨੂੰ ਕਹਿ ਦੇਣਾ ਕਿ ਪ੍ਰਾਰਥਨਾ ਤੋਂ ਬਾਅਦ ਤਾਂ ਮੁੱਖ ਖਬਰਾਂ ਬੋਲ। ਉੱਥੋਂ ਮੇਰਾ ਅਖਬਾਰ ਨਾਲ ਵਾਹ ਪਿਆ। ਸਾਡੇ ਪਿੰਡ ਦੇ ਸਾਂਝੀ ਸੱਥ ਜਿੱਥੇ ਲੱਗਦੀ ਸੀ, ਪੰਚਾਇਤ ਘਰ ਸੀ, ਉੱਥੇ ਅਜੀਤ ਅਖਬਾਰ ਆਉਂਦੀ ਸੀ। ਅੱਛਾ ਜੀ। ਤੇ ਮੈਂ ਸ਼ਾਮ ਨੂੰ, ਮੈਨੂੰ 1 ਘੰਟਾ ਦਿਨ 'ਚ ਖੇਲਣ ਨੂੰ ਮਿਲਦਾ ਸੀ ਘਰੋਂ, ਕਿ ਬਾਕੀ ਖੇਲ ਮੇਲਿਆ ਫਿਰ ਆ ਕੇ ਫਿਰ ਪੜ੍ਹਨਾ। ਮੈਂ 1 ਘੰਟੇ 'ਚ 20 ਤੋਂ 25 ਮਿੰਟ ਉੱਥੇ ਬਾਬਿਆਂ ਕੋਲ ਜ਼ਰੂਰ ਜਾਂਦਾ ਸੀ, ਉਦੋਂ ਖਬਰਾਂ ਸੁਣਦਾ ਸੀ, ਕਿਉਂਕਿ ਉਹਨਾਂ ਨੇ ਮਸਾਲਾ ਲਾ ਕੇ ਆਪਣੀ ਕਹਾਣੀ ਸੁਣਾਉਣੀ ਨਾਲ। ਬਿਲਕੁਲ ਬਿਲਕੁਲ। ਤੇ ਉਹ ਦੋਏ ਥਾਵਾਂ ਤੋਂ ਮੈਨੂੰ ਜੋ ਮਿਲਦਾ ਸੀ, ਉਹਨੇ ਮੈਨੂੰ ਕਿਤੇ ਨਾ ਕਿਤੇ ਸਿਖਾਇਆ ਕਿ ਹਾਂ ਆ ਅਖਬਾਰ ਨਾਲ, ਆ ਸ਼ਬਦਾਂ ਨਾਲ ਬਹੁਤ ਕੁਝ ਸਿੱਖਿਆ ਜਾ ਸਕਦਾ। ਸੋ ਜਿਹੜਾ ਮੇਰਾ ਉਹ ਵਾਸਤਾ ਉੱਥੋਂ ਪਿਆ, ਉਸ ਨੇ ਮੈਨੂੰ ਇੱਕ ਖਬਰ ਦਿੱਤੀ ਕਿ ਦੇਸ਼ ਭਰ ਦੇ ਵਿੱਚ ਇੱਕ ਮੰਡਲ ਜੋ ਕਰਕੇ ਅੰਦੋਲਨ ਹੋ ਰਿਹਾ। ਨਾ ਮੈਨੂੰ ਜਾਤ ਦਾ ਪਤਾ ਸੀ, ਨਾ ਮੈਨੂੰ ਧਰਮ ਦਾ ਪਤਾ ਸੀ, ਨਾ ਮੈਨੂੰ ਮੰਡਲ ਯੋਗ ਦੀ ਭਾਵਨਾ ਦਾ ਪਤਾ ਸੀ। ਮੈਨੂੰ ਅਖਬਾਰ 'ਚ ਲੱਗ ਰਹੀਆਂ ਖਬਰਾਂ ਦਾ ਪਤਾ ਸੀ ਕਿ ਵਿਦਿਆਰਥੀ ਅੰਦੋਲਨ ਕਰ ਰਹੇ ਨੇ ਤੇ ਉਹ ਧਰਨੇ ਲਾ ਰਹੇ ਨੇ, ਉਹ ਅੱਗਾਂ ਲਾ ਰਹੇ ਨੇ। ਮੈਂ ਆਪਣੇ 2 ਮਿੱਤਰਾਂ ਨਾਲ ਗੱਲ ਕੀਤੀ, 8ਵੀਂ ਜਾਂ 7ਵੀਂ 'ਚ ਅਸੀਂ ਪੜ੍ਹਦੇ ਸੀ, ਤੇ ਮੈਂ ਆਪਣੇ 2 ਮਿੱਤਰਾਂ ਨਾਲ ਗੱਲ ਕੀਤੀ ਕਿ ਵੀ ਸਾਰੇ ਕਾਲਜਾਂ ਯੂਨੀਵਰਸਿਟੀਆਂ ਵਾਲੇ ਧਰਨੇ ਲਾ ਰਹੇ, ਆਪਾਂ ਵੀ ਲਾਉਣਾ। ਸਾਡੇ ਪਿੰਡ ਇੱਕ ਰਾਂਝਾ ਪੈਂਚਰ ਲਾਉਂਦਾ ਹੁੰਦਾ ਸੀ। ਤੇ ਸਾਡੇ ਕੋਲ 20-25 ਪੈਸੇ ਇਕੱਠੇ ਹੋ ਗਏ ਸੀ। ਉਹਦੇ ਕੋਲੋਂ ਇੱਕ ਟਾਇਰ ਉਹਨੇ ਸਾਨੂੰ ਜੀਪ ਵਾਲਾ ਦੇਤਾ, ਜਿਹੜਾ ਰੇੜੀਆਂ ਨੂੰ ਪਾ ਲੈਂਦੇ ਸੀ, ਉਹ, ਤੇ 2 ਸਾਈਕਲਾਂ ਵਾਲੇ। ਅਸੀਂ 3 ਟਾਇਰ ਲੈ ਕੇ ਪਿੰਡ ਦੇ ਸਕੂਲ ਦੇ ਮੂਹਰੇ 3 ਜਣੇ ਬੈਠ ਗਏ, ਉਹਨੂੰ ਅੱਗ ਲਾ ਕੇ। ਉਹ ਕਹਿੰਦੇ ਆ ਕੀ ਹੈ? ਅਸੀਂ ਕਿਹਾ ਜੀ ਧਰਨਾ ਲਾ ਕੇ ਬੈਠਣਾ। ਸਾਨੂੰ ਉੱਥੋਂ ਭਜਾ ਦਿੱਤਾ ਗਿਆ। ਮੈਂ 9ਵੀਂ ਜਮਾਤ 'ਚ ਸੀ ਤੇ 10ਵੀਂ ਜਮਾਤ ਨਾਲ ਮੈਂ ਮੀਟਿੰਗ ਕਰਨ ਜਾਣਾ ਕਿ ਹਿੰਦੀ ਸਾਡੀ ਭਾਸ਼ਾ ਨਹੀਂ, ਅਸੀਂ ਪੇਪਰ ਨਹੀਂ ਦੇਣਾ। ਅੱਛਾ ਜੀ। ਕਿ ਸਾਡੀ ਮਾਂ ਬੋਲੀ ਨਾਲ ਧੱਕਾ ਹੋ ਰਿਹਾ। 7ਵੀਂ ਤੇ 6ਵੀਂ ਜਮਾਤ, 8ਵੀਂ ਜਮਾਤ ਮੇਰੇ ਨਾਲ ਧਰਨੇ ਤੇ ਬੈਠੀ ਹੈ, 10ਵੀਂ ਪੇਪਰ ਦੇ ਰਹੀ ਹੈ, ਤੇ ਅਸੀਂ ਬਾਹਰ ਧਰਨਾ ਲਾ ਕੇ ਬੈਠ ਗਏ ਕਿ ਅਸੀਂ ਹਿੰਦੀ ਦਾ ਪੇਪਰ ਨਹੀਂ ਦੇਣਾ। ਮੇਰਾ ਹਿੰਦੀ ਨਾਲ ਕੋਈ ਵਿਤਕਰਾ ਨਹੀਂ ਹੈ, ਮੇਰਾ ਕਿਸੇ ਭਾਸ਼ਾ ਨਾਲ ਕੋਈ ਵਿਤਕਰਾ ਨਹੀਂ ਹੈ, ਪਰ ਮੈਨੂੰ ਆਪਣੀ ਭਾਸ਼ਾ ਤੇ ਮਾਣ ਹੈ, ਆਪਣੀ ਭਾਸ਼ਾ ਤੇ ਮੋਹ ਹੈ। ਸੋ ਇਸ ਲਈ ਮੈਨੂੰ ਲੱਗਦਾ ਕਿ ਜਿੱਥੇ ਮੇਰੀ ਮਾਂ ਬੋਲੀ ਦਾ ਸੰਸਕਾਰ ਹੋਣਾ ਚਾਹੀਦਾ, ਉੱਥੇ ਹੋਣਾ ਚਾਹੀਦਾ। ਇਸ ਲਈ ਉਹ ਬਚਪਨਾ ਸੀ। ਅੱਛਾ। ਉਹਨੇ ਮੈਨੂੰ ਇਹ ਥੋੜਾ ਦੱਸਿਆ ਸੀ ਕਿ ਮੈਂ ਕਦੇ ਕੱਲ ਨੂੰ ਬਿਲਕੁਲ ਇਸ ਮਸਲੇ ਤੇ ਖੜਾ।
ਮੇਰਾ ਜਦੋਂ ਵਿਆਹ ਰੱਖਿਆ ਜਾਂਦਾ ਤਦ ਕਾਰਡ ਮੈਂ ਉਸ ਸਮੇਂ ਦੇ ਵਿੱਚ ਜਦੋਂ ਲੋਕ 20-20 ਰੁਪਏ ਦਾ ਕਾਰਡ ਛਪਾਉਂਦੇ ਸੀ, 2001 ਦੀ ਘਟਨਾ, ਮਤਲਬ ਉਸ ਸਮੇਂ 20 ਰੁਪਏ ਦਾ ਕਾਰਡ ਵੀ ਮਹਿੰਗਾ ਸੀ। ਮੈਂ 90 ਪੈਸੇ ਦਾ ਕਾਰਡ ਛਪਾਇਆ, ਸਾਰਾ ਪੰਜਾਬੀ ਛਪਾਇਆ, ਆਪ ਕਵਿਤਾ ਰੂਪ ਚ ਲਿਖਿਆ। ਤੇ ਮੈਂ ਕਿਸੇ ਨੂੰ ਇਹ ਥੋੜਾ ਦੱਸਣਾ ਸੀ ਕਿ ਹਾਂ ਮੈਂ ਪੰਜਾਬੀ ਦੀ ਕੋਸ਼ਿਸ਼ ਕਰਨਾ। ਇਹਦਾ ਮਤਲਬ ਇਹ ਚਿੰਨ੍ਹ ਬਚਪਨ ਤੋਂ ਤੁਹਾਡੇ ਅੰਦਰ ਆ। ਮੈਨੂੰ ਮੇਰਾ ਬਾਪੂ ਜਦੋਂ ਭਾਸ਼ਣ ਲਿਖ ਕੇ ਦਿੰਦਾ ਸੀ ਸਕੂਲ ਦੇ ਮੁਕਾਬਲਿਆਂ ਲਈ, ਤਾਂ ਉਹ ਮੋਟੇ-ਮੋਟੇ ਅੱਖਰਾਂ ਵਾਲੇ ਮੈਂ ਲਿਖਤ ਅੱਜ ਵੀ ਸਾਂਭੀ ਆ। ਮੈਨੂੰ ਸ਼ਬਦ ਘਰੋਂ ਮਿਲੇ, ਬਾਪੂ ਤੋਂ ਮਿਲੇ। ਇਸ ਰਾਹ ਦੇ ਉੱਤੇ ਮੈਨੂੰ ਤੋਰਨ ਵਾਲੇ ਮੇਰੇ ਮਾਸਟਰ, ਮੇਰੇ ਸਕੂਲ, ਤੇ ਇਸੇ ਲਈ ਉਹ ਭਾਵਨਾ ਇੱਕ ਦਿਨ ਜਦੋਂ ਅਨੰਦਪੁਰ ਸਾਹਿਬ ਇੱਕ ਸਮਾਗਮ 'ਚ ਮੈਨੂੰ ਬੁਲਾਇਆ ਗਿਆ ਤੇ ਮੈਂ ਕਿਹਾ ਮੈਂ ਦੁਨੀਆ ਭਰ 'ਚ ਗਿਆ, ਪਰ ਜਦੋਂ ਆਪਣੇ ਘਰੋਂ ਮਾਣ ਮਿਲਦਾ ਉਹ ਤੋਂ ਬੜਾ ਸਨਮਾਨ ਨਹੀਂ ਹੁੰਦਾ। ਸੋ ਜਦੋਂ ਆਪਣੀ ਨਗਰੀ 'ਚ ਬੁਲਾ ਕੇ ਤੁਹਾਨੂੰ ਆ ਅੰਦੋਲਨ ਤੋਂ ਬਾਅਦ ਮੇਰੇ ਪਿੰਡ ਨੇ ਇਕੱਠ ਕੀਤਾ, ਇਕੱਠ ਕਰਕੇ ਕਹਿੰਦੇ ਕਿ ਆਪਾਂ ਉਹਨਾਂ ਦਾ ਸਨਮਾਨ ਕਰਨਾ ਜਿਨ੍ਹਾਂ ਨੇ ਅੰਦੋਲਨ 'ਚ ਪਿੰਡ ਵੱਲੋਂ ਯੋਗਦਾਨ ਪਾਇਆ, ਕਿ ਤੂੰ ਆ ਜੀ, ਤੇਰੇ ਹੱਥੋਂ ਕਰਾਉਣਾ। ਤੇ ਮੈਂ ਚਲਾ ਗਿਆ, ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹਨਾਂ ਨੇ 50,000 ਨਾਲ ਮੇਰਾ ਸਨਮਾਨ ਰੱਖਿਆ ਸੀ। ਮਤਲਬ ਇਹ ਤੋਂ ਬੜਾ ਹੋਰ ਕੀ ਹੋ ਸਕਦਾ? ਹੁਣ ਤੁਹਾਡਾ ਟੱਬਰ ਜਦੋਂ ਮਾਨਤਾ ਦੇ ਦੇਵੇ, ਫਿਰ ਇਹ ਤੋਂ ਵੱਡੀ ਖੁਸ਼ੀ ਨਹੀਂ ਹੁੰਦੀ। ਮਤਲਬ ਇਹਦਾ ਮਤਲਬ ਮੈਂ ਉਦਣ ਉੱਥੇ ਗੁਰੂ ਘਰ 'ਚ ਪ੍ਰੋਗਰਾਮ ਸੀ ਤੇ ਮੈਂ ਉਦਣ ਕਿਹਾ, ਬਾਪੂ ਮੇਰੇ 2012 'ਚ ਵਿਛੜ ਗਏ ਪਰ ਅੱਜ ਵੀ ਮੈਨੂੰ ਲੱਗਦਾ ਮੇਰੇ ਨਾਲ ਨੇ। ਤੇ ਮੈਂ ਉੱਥੇ ਕਿਹਾ, ਮੈਂ ਕਿਹਾ ਬਾਪੂ ਜੇ ਕਿਤੋਂ ਦੇਖਣਾ ਦੇਖ, ਤੇਰਾ ਨਲਾਇਕ ਬੱਚਾ 'ਚ ਪਾਸ ਹੋ ਗਿਆ। ਸੋ ਆਪਣੇ ਘਰੇ ਆ ਕੇ ਜਦੋਂ ਮਾਨਤਾ ਮਿਲਵੇ, ਆਪਣੇ ਜਦੋਂ ਥਾਪੜਾ ਦੇ ਦੇਣ, ਤਾਂ ਸਮਝ ਲਓ ਤੁਸੀਂ ਜ਼ਿੰਦਗੀ 'ਚ ਸਹੀ ਰਾਹ ਤੇ। ਤੁਸੀਂ ਆਪਣੀ ਮਾਤ ਭਾਸ਼ਾ ਨਾਲ ਜੁੜੇ ਹੋ, ਤੁਸੀਂ ਆਪਣੇ ਵਾਤਾਵਰਨ ਨਾਲ ਜੁੜੇ ਹੋ। ਮੈਂ ਬੜਾ ਤੁਹਾਡਾ ਸਾਹਿਤ ਜਿਹੜਾ ਪੜ੍ਹਿਆ ਉਹਦੇ ਵਿੱਚ ਤੁਸੀਂ ਵਾਤਾਵਰਨ ਦੀ ਬਹੁਤ ਗੱਲ ਕੀਤੀ ਆ। ਲੋੜ ਵੀ ਅੱਜ ਹੈਗੀ ਆ। ਮੈਨੂੰ ਲੱਗਦਾ ਕਿ ਸਹੀ ਅਰਥਾਂ 'ਚ ਸਾਡਾ ਸਾਹਿਤ ਜਿਹੜਾ ਵਾ, ਜਦੋਂ ਇਸ ਚੀਜ਼ ਦੀ ਫੈਲਦਾ ਵਾ, ਜਿੱਦਾਂ ਤੁਸੀਂ, ਮੈਨੂੰ ਲੱਗਦਾ ਤੁਹਾਡੀਆਂ ਕਿਤਾਬਾਂ ਵੀ ਮੈਂ ਦੇਖੀਆਂ ਤੇ ਉਹਦੇ ਵਿੱਚ ਵੀ ਜੜ੍ਹਾਂ ਵੀ ਆ, ਤੂਫਾਨ ਵੀ ਆ। ਇਹ ਜੜ੍ਹਾਂ ਤੋਂ ਤੂਫਾਨ ਤੱਕ ਦਾ ਸਫ਼ਰ ਮੈਨੂੰ ਲੱਗਦਾ ਕਿ ਆਪਾਂ ਜਦੋਂ ਉਹਨੂੰ ਉਸ ਪਾਸਿਓਂ ਵੀ ਦੇਖੀਏ ਕਿ ਕਿੱਥੋਂ ਤੁਸੀਂ ਤੁਰੇ ਹੋ ਚਨਾਰਥਲ ਤੋਂ, ਔਰ ਉਹ ਤੂਫਾਨ ਤੱਕ ਦਾ ਸਫ਼ਰ ਜਿਹੜਾ, ਇਹ ਵੀ ਇੱਕ ਬੜੀ ਵੱਡੀ ਗੱਲ ਸੀ। ਔਰ ਇਮੋਸ਼ਨਲ ਸਫ਼ਰ ਆ ਤੁਹਾਡਾ ਜੁੜਨ ਵਾਲਾ। ਤੁਸੀਂ ਮਾਂ ਬੋਲੀ ਨਾਲ ਔਰ ਵਾਤਾਵਰਨ ਨਾਲ ਇਮੋਸ਼ਨਲ ਤੌਰ ਤੇ ਜੁੜੇ ਹੋਏ ਹੋ। ਔਰ ਇਹ ਮਸਲੇ ਕਿੱਦਾਂ ਤੁਹਾਡੇ ਦਿਮਾਗ 'ਚ ਆਉਣੇ ਸ਼ੁਰੂ ਹੋਏ? ਇੱਕ ਤਾਂ ਗੱਲ ਹਿੰਦੀ ਵਾਲੀ ਆ ਗਈ ਕਿ ਆਪਣਾ ਕਿਸੇ ਨਾਲ ਵਿਤਕਰਾ ਨਹੀਂ, ਸਾਡੀ ਭਾਸ਼ਾ ਸਾਰੀ ਆ, ਪਰ ਸਾਡੀ ਮਾਂ ਬੋਲੀ, ਜੇ ਮੇਰੇ ਦਾਗਿਸਤਾਨ 'ਚ ਜਿਹੜਾ ਰਸੂਲ ਹਮਜ਼ਾ ਤੋਂ ਉਹ ਕਹਿੰਦਾ ਵੀ ਮੇਰੀ ਭਾਸ਼ਾ, ਤੇ ਉਹਦੀ ਮਾਂ ਕਹਿੰਦੀ ਕਿਤੇ ਭੁੱਲ ਗਿਆ ਉਹ ਮੇਰੀ ਭਾਸ਼ਾ, ਤੇ ਫਿਰ ਉਹਨੂੰ ਕੋ ਮੇਰਾ ਮੁੰਡਾ ਨਹੀਂਗਾ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਮਾਤ ਭਾਸ਼ਾ ਉਹ ਬੰਦੇ ਤੇ ਅਸਰ ਕਰਦੀ, ਤੇ ਮਾਤ ਭਾਸ਼ਾ ਫਿਰ ਜਦੋਂ ਵਾਤਾਵਰਨ ਤੱਕ ਫੈਲਦੀ ਆ, ਤੇ ਇਹ ਚੀਜ਼ਾਂ ਤੁਹਾਨੂੰ ਜਦੋਂ ਸਿਖਾਈਆਂ ਜਾਂਦੀਆਂ ਜਾਂ ਸਿੱਖਦੇ ਤੁਸੀਂ ਆਲਾ ਦੁਆਲਾ ਦੇਖਦੇ ਆ, ਤੁਹਾਨੂੰ ਪਤਾ ਵੀ ਨੰਗਲ ਦੇ ਆਲੇ ਦੁਆਲੇ ਇਹ ਬੜਾ ਹਰਿਆਲੀ ਹੁੰਦੀ ਸੀ। ਔਰ ਮੈਂ ਵੀ ਕਿਸੇ ਵੇਲੇ ਜ਼ਿਕਰ ਕਰਦਾ ਕਿ ਉਹ ਵਿਸ਼ਵਾਲਕ ਦੀਆਂ ਪਹਾੜੀਆਂ ਖੁਰ ਗਈਆਂ, ਯਾਰ ਕਿੱਧਰ ਚਲ ਗਿਆ ਉਹ ਰੁੱਖ ਕਿੱਧਰ ਚਲ ਗਏ। ਤੇ ਮੈਨੂੰ ਲੱਗਦਾ ਤੁਸੀਂ ਤਾਂ ਉੱਥੇ ਜੜ੍ਹਾਂ ਤੁਹਾਡੀਆਂ ਉੱਥੇ। ਸੋ ਇਹ ਵੀ ਇੱਕ ਵਾਤਾਵਰਨ ਦਾ ਮਸਲਾ ਜਿਹੜਾ ਉਹਦੇ ਨਾਲ ਵੀ ਤੁਸੀਂ ਵਾਬਸਤਾ ਹੋ। ਉਹਦੇ ਨਾਲ ਕਿੰਨਾ ਕੁ ਕੰਮ ਕੀਤਾ ਤੁਸੀਂ, ਕੀ ਕਰ ਰਹੇ ਹੋ ਤੁਸੀਂ? ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ। ਵਾਹ ਜੀ, ਕੀ ਬਾਤ। ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ। ਆਹ ਕੀ ਬਾਤ। ਮੈਂ ਕਾਲਜ ਜਦੋਂ ਬੀਕਾਮ ਕਰਦਾ ਸੀ ਤਾਂ ਭਾਸ਼ਣ ਮੁਕਾਬਲਿਆਂ 'ਚ ਜਾਣਾ, ਥੀਏਟਰ 'ਚ ਜਾਣਾ, ਨਾਟਕਾਂ 'ਚ ਜਾਣਾ, ਸਕਿੱਟ 'ਚ ਜਾਣਾ, ਔਰ ਯੂਨੀਵਰਸਿਟੀ ਤੋਂ ਜ਼ੋਨ ਲੈਵਲ ਤੋਂ ਵੱਡੇ ਮੈਡਲ ਜਿੱਤੇ। ਕਾਲਜ ਨੇ ਬਹੁਤ ਪਿਆਰ ਦਿੱਤਾ, ਪਰ ਕਵਿਤਾ ਨਾਲ ਕਦੇ ਵਾਬਸਤਾ ਨਹੀਂ ਸੀ। ਮੈਨੂੰ ਲੱਗਦਾ ਵੀ ਬੀਕਾਮ ਵਾਲੇ ਬੱਚੇ ਆਮ ਤੌਰ ਤੇ, ਅਸੀਂ ਵੀ ਨਾ ਜਦੋਂ ਪੜਾਉਂਦੇ ਆ, ਵੀ ਸਾਨੂੰ ਤਾਂ ਬੀਕਾਮ ਵਾਲੇ ਬੱਚੇ ਜਿਹੜੇ ਉਹਦੇ ਡਾਟੇ ਇਕੱਠੇ ਕਰਦੇ ਰਹਿੰਦੇ ਆ ਵੀ ਬੀਕਾਮ ਵਾਲਾ ਬੱਚਾ ਇਦਾਂ ਦਾ ਨਹੀਂ ਹੋ ਸਕਦਾ। ਪਰ ਮੈਂ ਉਸ ਦੌਰ ਦੇ ਵਿੱਚ ਵੀ ਮਤਲਬ ਕਿ ਕਹਾਣੀਆਂ ਲਿਖਦਾ ਸੀ। ਅੱਛਾ ਜੀ। ਮਤਲਬ ਇਹ ਨਹੀਂ ਉਲਟਾ ਹੁੰਦਾ ਕਿ ਲੋਕ ਕਵਿਤਾ ਤੋਂ ਕਹਾਣੀ ਤੋਂ ਵਾਰਤਕ ਤੋਂ ਨਾਵਲ ਇਦਾਂ। ਪਰ ਮੈਂ ਉਸ ਦੌਰ ਦੇ ਵਿੱਚ ਮਤਲਬ ਕਿ ਨਾਵਲ ਪੜ੍ਹਦਾ ਸੀ ਤੇ ਕਹਾਣੀਆਂ ਲਿਖਦਾ ਸੀ, ਤੇ ਮੇਰਾ ਕਵਿਤਾ ਨਾਲ ਕੋਈ ਵਾਸਤਾ ਨਹੀਂ ਸੀ। ਜਦੋਂ ਸਾਡੇ ਫਾਈਨਲ ਪੇਪਰ ਹੋ ਜਾਣੇ, ਜਿਵੇਂ ਫਸਟ ਈਅਰ ਦੇ ਹੋ ਗਏ, ਸੈਕੰਡ ਈਅਰ ਦੇ ਹੋ ਗਏ, ਉਹ ਤੋਂ 2.5-3 ਮਹੀਨੇ ਵਿਹਲੇ ਹੁੰਦੇ ਸੀ। ਮੈਂ ਉਹ 2.5-3 ਮਹੀਨਿਆਂ ਦੇ ਵਿੱਚ ਕੋਈ ਨਾ ਕੋਈ ਰੁਜ਼ਗਾਰ, ਮਤਲਬ ਕਿ ਮੈਂ ਅਖਬਾਰਾਂ ਵੀ ਵੰਡੀਆਂ ਤੇ ਮੈਂ ਸਕੂਲਾਂ ਦੇ ਪ੍ਰੋਗਰਾਮ ਵੀ ਤਿਆਰ ਕਰਵਾਏ। ਮੈਂ ਚੱਠਿਆਂ ਤੇ ਮਤਲਬ ਜਦੋਂ ਕਿਤੇ ਠੇਕੇਦਾਰ ਕੋਈ ਕੰਮ ਕਰਦੇ ਮੈਂ ਉੱਥੇ ਇੱਟਾਂ ਗਿਣਨ ਦਾ ਵੀ ਕੰਮ ਕੀਤਾ। ਕੀ ਬਾਤ। ਮੈਂ ਬਹਿਰੇ ਦਾ ਕੰਮ ਵੀ ਕੀਤਾ। ਵਾਹ। ਤੇ ਉਸ ਸਭ ਦੇ ਦੌਰਾਨ ਮਤਲਬ ਕਿ ਮੈਂ ਇੱਕ ਕੰਪਨੀ ਨਾਲ ਕੰਮ ਕਰ ਰਿਹਾ ਸੀਗਾ ਤੇ ਉਹ ਸਾਨੂੰ ਭੋਪਾਲ ਤੱਕ ਲੈ ਕੇ ਗਈ। ਅੱਛਾ ਜੀ। ਅਸੀਂ ਡਾਈਨਿੰਗ ਟੇਬਲ ਸ਼ੀਟ, ਫ੍ਰਿਜ ਕਵਰ, ਟੀਵੀ ਕਵਰ ਉਹ ਵੇਚਣ ਜਾਂਦੇ ਹੁੰਦੇ ਸੀ। ਅੱਛਾ ਜੀ। ਤੇ ਉਹ ਕੰਪਨੀ ਮੈਨੂੰ ਕਹੇ ਕਿ ਤੈਨੂੰ ਅਸੀਂ ਅਗਲੀ ਵਾਰ ਸਬ ਮੈਨੇਜਰ ਬਣਾਉਣਾ ਨਾ, ਕਿ ਤੂੰ ਬਹੁਤ ਵਧੀਆ ਸੇਲ ਕਰਕੇ ਆ ਰਿਹਾ, ਕੀ ਮੈਂ ਕਰਦਾ? ਮੈਂ ਕਿਹਾ ਜੀ ਮੈਂ ਤਾਂ ਜਾ ਕੇ ਗੱਲ ਕਰਦਾ, ਲੋਕ ਖਰੀਦ ਲੈਂਦੇ ਨੇ। ਤੇ ਉਹ ਕਹਿੰਦੇ ਤੂੰ ਕੰਟੀਨਿਊ ਕਰਨਾ। ਮੈਂ ਕਿਹਾ ਨਾ ਜੀ ਮੇਰੇ ਤਾਂ ਪੇਪਰ ਖਤਮ ਨੇ, ਤੇ ਜਦੋਂ ਰਿਜ਼ਲਟ ਆ ਗਿਆ ਮੈਂ ਵਾਪਸ ਜਾਣਾ। ਤੇ ਮੈਂ ਜਦੋਂ ਉਹ ਸਾਰਾ ਮਤਲਬ ਕਿ ਸਫ਼ਰ ਚੱਲ ਰਿਹਾ ਸੀ ਤੇ ਮੈਂ ਵਾਪਸ ਮੁੜਿਆ, ਉਸ ਸਫ਼ਰ ਦੇ ਦੌਰਾਨ ਮੇਰਾ ਇੱਕ ਮਿੱਤਰ ਬਣਿਆ, ਉਹ ਅੰਬਾਲੇ ਕਾਲਜ ਪੜ੍ਹਦਾ ਸੀ ਮੁੰਡਾ। ਅੱਛਾ ਜੀ। ਉਹ ਬੜੇ
ਬਿਜ਼ਨਸ ਘਰਾਣੇ ਦਾ ਸੀ। ਉਹਨਾਂ ਦੇ ਘਰਦਿਆਂ ਨੇ ਉਹਨੂੰ ਸਿਰਫ ਐਕਸਪੀਰੀਅੰਸ ਲਈ ਭੇਜਿਆ ਸੀ ਕਿ ਕੱਲ ਨੂੰ ਤੈਨੂੰ ਕੰਪਨੀ ਖੋਲ ਕੇ ਦੇਣੀ ਹੈ। ਉਹ ਤਾਂ ਆਇਆ ਸੀ ਤੇ ਉਹ ਮੇਰਾ ਮਿੱਤਰ ਬਣ ਗਿਆ। ਔਰ ਜਦੋਂ ਅਸੀਂ ਕਾਲਜ ਵਾਪਸ ਆਏ ਤਾਂ ਅੰਬਾਲੇ ਦਾ ਲਾਹੌਰ ਤੋਂ ਸ਼ਿਫਟ ਹੋਇਆ ਇੱਕ ਕਾਲਜ ਆ, ਉਹਨੇ ਕਵੀ ਦਰਬਾਰ ਰੱਖਿਆ। ਅੱਛਾ ਜੀ। ਤੇ ਉਹਨੇ 2 ਤਰ੍ਹਾਂ ਦੇ ਕਵਿਤਾ ਵਾਲੇ ਕਵੀ ਬੁਲਾਏ ਕਿ ਇੱਕ ਉਹ ਜਿਹੜੇ ਆਪ ਲਿਖਦੇ ਨੇ, ਇੱਕ ਜਿਹੜੇ ਕਿਸੇ ਕਵੀ ਦੀ ਪੜ੍ਹਨ, ਕਿ ਉਹ ਵਿਦਿਆਰਥੀ ਕਾਲਜ ਤੋਂ ਦੋ ਆਉਣ। ਮੇਰੇ ਕਾਲਜ ਤੋਂ ਜਿਹੜਾ ਮੇਰਾ ਮਿੱਤਰ ਸੀ ਉਹ ਖੁਸ਼ਹਾਲ ਲਾਲੀ ਹੋਰੀ, ਉਹ ਅਕਸਰ ਯੂਥ ਫੈਸਟੀਵਲਾਂ 'ਚ ਵੀ ਜਾਂਦੇ ਸੀ ਕਵਿਤਾ ਪੜ੍ਹਨ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੇਰੇ ਕੋਲ ਇੰਨਾ ਤਾਂ ਭਾੜਾ ਹੈ ਨਹੀਂਗਾ ਕਿ ਮੈਂ ਆਪਣਾ ਕਿਰਾਇਆ ਖਰਚ ਕੇ ਚੱਲ ਜਾਵਾਂ, ਕਿ ਜਿਹੜਾ ਦੂਆ ਬੱਚਾ ਜਾਣਾ ਹੈ ਜਿਹਨੇ ਕਿਸੇ ਦੀ ਪੜ੍ਹਨੀ ਆ, ਤੂੰ ਉਹ 'ਚ ਮੇਰਾ ਨਾਂ ਪਵਾ ਦੇ ਕਿ ਮੈਂ ਉਹ 'ਚ ਚੱਲ ਜੂੰਗਾ ਤੇ ਮੈਂ ਨਾਲ ਮਿੱਤਰ ਨੂੰ ਮਿਲ ਜਾਊਂਗਾ, ਉਸੇ ਕਾਲਜ ਪੜ੍ਹਦਾ। ਅੱਛਾ ਜੀ। ਤੇ ਕਾਲਜ ਨੇ ਮੇਰਾ ਨਾਮ ਸਿਲੈਕਟ ਕਰ ਲਿਆ। ਉਹਨਾਂ ਦੇ ਕਹੇ ਤੇ ਕੀਤਾ ਜਾਂ ਪ੍ਰੋਫੈਸਰਾਂ ਨੂੰ ਮੇਰਾ ਪਤਾ ਸੀ, ਮੈਂ ਬੋਲ ਲੈਣਾ। ਮੈਂ ਬਲਵੀਰ ਸੈਣੀ ਹੋਰਾਂ ਦੀ ਉੱਥੇ ਨਜ਼ਮ ਪੜ੍ਹੀ, ਨੰਗਲ ਤੋਂ ਹੀ ਨੇ, ਅਕਸਰ ਸਾਡੇ ਕੋਲ ਆਉਂਦੇ ਬਹੁਤ ਪਿਆਰੇ ਸ਼ਾਇਰ ਨੇ। ਮੈਂ ਉਹਨਾਂ ਦੀ ਪਹਿਲੀ ਨਜ਼ਮ ਉੱਥੋਂ ਪੜ੍ਹੀ। ਅੱਛਾ ਜੀ। ਤੇ ਉੱਥੇ ਖੁਸ਼ਹਾਲ ਲਾਲੀ ਹੋਰੀ ਫਸਟ ਆਉਂਦੇ ਨੇ, ਮੈਂ ਥਰਡ ਆਉਣਾ। ਅੱਛਾ ਜੀ। ਉਹ ਆਪਣੀ ਲਿਖੀ ਚੋਂ ਫਸਟ ਆਏ ਤੇ ਟੀਮ ਸਾਡੀ ਫਸਟ ਆ ਗਈ। ਤੇ ਬਸ ਉਦੋਂ ਮੈਨੂੰ ਸਮਝ ਲੱਗੀ ਕਿ ਜੇ ਮੈਂ ਕਵਿਤਾ ਬੋਲ ਸਕਦਾ, ਮੈਂ ਕਵਿਤਾ ਪੜ੍ਹ ਸਕਦਾ, ਮੈਂ ਕਵਿਤਾ ਲਿਖ ਵੀ ਸਕਦਾ। ਉੱਥੋਂ ਮੇਰਾ ਤੂਫਾਨ ਵਾਲਾ ਸਫ਼ਰ ਸ਼ੁਰੂ ਹੁੰਦਾ। ਤੂਫਾਨ ਤੋਂ ਸਫ਼ਰ ਸ਼ੁਰੂ ਹੋਇਆ ਤੇ ਮੈਂ ਜਦੋਂ ਪਿੰਡੋਂ ਸ਼ਹਿਰ ਲਈ ਆਉਣਾ, ਰੁਜ਼ਗਾਰ ਲਈ ਆਉਣਾ, ਤਦ ਮੈਨੂੰ ਅਹਿਸਾਸ ਹੁੰਦਾ ਕਿ ਮੇਰੇ ਕੋਲ ਨਾ ਤਾਂ ਪਿੰਡ ਕੋਈ 10 ਖਾਣ ਵਾਲਾ ਘਰ, ਨਾ ਪਿੰਡ ਮੇਰੇ ਕੋਲ ਜ਼ਮੀਨ ਆ, ਨਾ ਬਾਗ ਆ, ਨਾ ਕੋਈ ਸਾਡਾ ਹੋਰ ਕੋਈ ਟੱਬਰ ਰਹਿੰਦਾ, ਪਰ ਤਾਂ ਵੀ ਮੈਨੂੰ ਪਿੰਡ ਆਪਣਾ ਲੱਗਦਾ। ਅੱਛਾ ਜੀ। ਮਤਲਬ ਮੈਂ ਆਪਣੇ ਜਵਾਕ ਨਾਲ ਹੁਣ ਵੀ ਗੱਲਾਂ ਕਰਦਾ ਕਿ ਕਾਲਜ ਪੜ੍ਹਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤਰਾ, ਤੂੰ ਜਿੱਦਣ ਕਮਾਉਣ ਜੋਗਾ ਹੋ ਗਿਆ ਨਾ, ਉਦੋਂ ਤੂੰ ਦੀਵਾਲੀ ਤੇ ਮੁੜ ਆਇਆ ਕਰੀ, ਅਸੀਂ ਜੂਨ ਜੁਲਾਈ 'ਚ ਤੇਰੇ ਕੋਲ ਆ ਜਾ ਕਰਾਂਗੇ, ਪਰ ਮੈਂ ਲਾਸ਼ ਬਣ ਕੇ ਪਿੰਡ ਨਹੀਂ ਜਾਣਾ ਚਾਹੁੰਦਾ, ਮੈਂ ਜਿਉਂਦੇ ਜੀ ਮੁੜਨਾ ਚਾਹੁੰਦਾ। ਵਾਹ ਜੀ। ਇੱਕ ਤਾਂ ਗਾ ਜਦੋਂ ਮਤਲਬ ਕਿ ਸੰਝ ਨੂੰ ਬੱਚੇ ਆਪਣੇ ਘਰ ਦੇ ਬਜ਼ੁਰਗਾਂ ਨਾਲ ਬੈਠਕਾਂ 'ਚ ਬੈਠੇ ਹੁੰਦੇ ਸੀ, ਜਾਂ ਉਸ ਸਮੇਂ ਤੱਕ ਟੈਲੀਵਿਜ਼ਨ ਬਲੈਕ ਐਂਡ ਵਾਈਟ ਆ ਗਿਆ ਸੀ, ਉਹਦੇ ਪਰ ਚਿੱਤਰ ਫਿਲਮਾਂ ਦੇਖਦੇ ਸੀ, ਤਦ ਮੇਰੀ ਡਿਊਟੀ ਘਰੋਂ ਲੱਗੀ ਹੁੰਦੀ ਸੀ ਕਿ ਪਸ਼ੂ ਖੇਤਾਂ ਤੋਂ ਮੁੜਨਗੇ ਤਾਂ ਉਹਨਾਂ ਦਾ ਗੋਹਾ ਚੱਕਣਾ, ਕਦੇ ਪਾਥੀਆਂ ਪੱਥਾਂਗੇ ਤਾਂ ਚੁੱਲ੍ਹਾ ਬਣੂਗਾ। ਸੋ ਇਸ ਲਈ ਮੇਰਾ ਪਿੰਡ ਨਾਲ ਉਹ ਜੁੜਾਵ ਆ ਕਿ ਮੈਨੂੰ ਪਿੰਡ ਦੇ ਜਾਨਵਰ ਵੀ ਆਪਣੇ ਲੱਗਦੇ ਨੇ, ਪਿੰਡ ਦੇ ਖੇਤ ਵੀ ਆਪਣੇ ਲੱਗਦੇ ਨੇ। ਤੇ ਇਹੀ ਚੀਜ਼ ਮੈਨੂੰ ਅੰਦੋਲਨ ਵੱਲ ਲੈ ਕੇ ਵੀ ਗਈ ਕਿ ਮੈਨੂੰ ਲੱਗਦਾ ਸੀ ਕਿ ਮੇਰੇ ਪਿੰਡ ਤੇ ਹਮਲਾ। ਕੀ ਬਾਤ ਹੈ। ਭਾਵੁਕ ਹੋ ਗਏ ਬਹੁਤ ਹੀ, ਬਹੁਤ ਮਤਲਬ ਜੁੜੇ ਹੋਏ ਨੇ ਉਸ ਚੀਜ਼ ਦੇ ਨਾਲ, ਇਸੇ ਕਰਕੇ ਇਹੀ ਭਾਵੁਕਤਾ ਜੀ। ਉਸੇ ਚੀਜ਼ ਚੋਂ ਮੈਂ ਉਹ ਮੇਰੇ ਸ਼ਬਦ ਵੀ ਨਿਕਲੇ ਕਿ ਮੇਰਾ ਲਿਖਿਆ ਸੀਗਾ, ਮੈਂ ਜ਼ਮੀਨ ਤੋਂ ਸਖਣਾ ਹਾਂ, ਜ਼ਮੀਰ ਤੋਂ ਨਹੀਂ, ਨਾ ਮਾਂ ਬੋਲੀ ਰੁੱਸਣ ਦਿਆਂਗੇ, ਨਾ ਧਰਤ ਮਾਂ ਤੈਨੂੰ ਖੁੱਸਣ ਦਿਆਂਗੇ। ਸੋ ਇਹ ਸ਼ਬਦ ਉੱਥੋਂ ਹੀ ਉਹ ਮਤਲਬ ਕਿ ਮੈਨੂੰ ਲੱਗਦਾ ਕਿ ਮੈਨੂੰ ਲੜਾਈ ਵੀ ਲੜਨੀ ਚਾਹੀਦੀ ਆ। ਇਹ ਸਾਡੇ ਤੇ ਹਮਲਾ, ਸਾਡੇ ਖੇਤਾਂ ਤੇ ਹਮਲਾ, ਕਿਉਂਕਿ ਮੇਰੇ ਘਰੇ ਵੀ ਜਿਹੜੇ ਦਾਣੇ ਆਉਂਦੇ ਨੇ ਉਹ ਖੇਤ ਚੋਂ ਆਉਂਦੇ ਨੇ, ਮੈਂ ਅਵਾਨੀ ਡਾਨੀਆਂ ਦੇ ਘਰੋਂ ਨਹੀਂ ਖਰੀਦਣਾ। ਸੋ ਇਸ ਲਈ ਉਹ ਪਿੰਡ ਦੀ ਉਹ ਸਾਂਝ ਮੈਨੂੰ ਸ਼ਬਦਾਂ ਨਾਲ ਲਿਆਈ, ਉਹ ਮੈਨੂੰ ਮਤਲਬ ਕਿ ਦਰਖਤਾਂ ਨਾਲ ਵੀ ਜੋੜਦੀ ਆ, ਕਿਉਂਕਿ ਮੈਂ ਉਹਨਾਂ ਮੋਟਰਾਂ ਤੇ ਪਾਣੀ ਵੀ ਪੀਤਾ, ਉਹਨਾਂ 'ਚ ਬੱਚਿਆਂ 'ਚ ਨਹਾਇਆ ਵੀ ਆ। ਤੇ ਮੈਂ ਉਹਨੂੰ ਨਜ਼ਮ 'ਚ ਵੀ ਲਿਖਿਆ ਕਿ ਉਹ ਨਜ਼ਮ ਤਾਂ ਲੰਬੀ ਆ ਕਿ ਜੱਟ ਨਾ ਆਖੋ ਮੈਨੂੰ, ਸ਼ਹਿਰ ਆ ਕੇ ਬਾਬੂ ਬਣ ਗਿਆ ਹਾਂ, ਹੁਣ ਮੈਂ ਗੁਰਦੁਆਰੇ ਦੇ ਲਾਊਡ ਸਪੀਕਰ ਦੀ ਆਵਾਜ਼ ਸੁਣ ਉੱਠ ਖੇਤਾਂ ਨੂੰ ਨਹੀਂ ਜਾਂਦਾ, ਲਾਰਮ ਵੱਜਣ ਤੇ ਉੱਠਦਾ ਹਾਂ, ਪਾਰਕ ਦੇ 3-4 ਚੱਕਰ ਲਾਉਂਦਾ ਹਾਂ, ਸੈਰ ਆਖਦਿਆਂ ਨੂੰ ਉਸਨੂੰ, ਹੁਣ ਮੈਂ ਮੋਢੇ ਉੱਤੇ ਕਹੀ ਰੱਖ ਨੱਕੇ ਮੋੜਨ ਨਹੀਂ ਜਾਂਦਾ, ਹੁਣ ਮੈਂ ਲੈਪਟਾਪ ਵਾਲਾ ਬੈਗ ਮੋਢੇ ਟੰਗ ਆਫਿਸ ਜਾਂਦਾ ਹਾਂ, ਨਾ ਲੱਸੀ ਦਾ ਗਲਾਸ, ਨਾ ਚਾਹ ਵਾਲੀ ਬਾਟੀ, ਬੈੱਡ ਟੀ ਦੇ ਨਾਂ ਤੇ ਕੱਪੀ 'ਚ ਚਾਹ ਪੀਂਦਾ ਹਾਂ, ਹੁਣ ਮੈਂ ਥੈਲੇ ਵਾਲੀ ਮਤਲਬ ਕਿ ਆਟਾ ਖਰੀਦ ਕੇ ਨਾ, ਪੂਰੀ ਲੰਬੀ ਕਵਿਤਾ। ਸੋ ਮਤਲਬ ਕਿ ਮੈਂ ਉਸੇ ਮਿੱਟੀ 'ਚ, ਬੇਸ਼ੱਕ ਮੈਨੂੰ ਰੁਜ਼ਗਾਰ, ਮੈਨੂੰ ਕਿੱਤਾ ਪਿੰਡ ਤੋਂ ਚੰਡੀਗੜ੍ਹ ਲਿਆਇਆ, ਪਰ ਮੈਂ ਹਰ ਰੋਜ਼ ਰਾਤ ਨੂੰ ਆਪਣੇ ਪਿੰਡ ਜਾਣਾ, ਰਾਤ ਨੂੰ ਆਪਣੇ ਪਿੰਡ ਹੁੰਨਾ, ਤੇ ਸਵੇਰੇ ਮੈਨੂੰ ਲੱਗਦਾ ਕਿ ਮੈਂ ਪਿੰਡ ਵਾਲੇ ਬਾਣ ਵਾਲੇ ਮੰਜੇ ਤੋਂ ਉੱਠ ਕੇ ਬਾਹਰ ਆ ਗਿਆ ਵਿਹੜੇ 'ਚ। ਮੈਨੂੰ ਨਾ ਬੜਾ ਚੰਗਾ ਲੱਗਾ ਜੀ, ਕਿਉਂਕਿ ਇਹ ਚੀਜ਼ਾਂ ਅਸੀਂ ਪੰਜਾਬੀ ਨਹੀਂ ਜਾਣਦੇ। ਅਸੀਂ ਦੀਪਕ ਉਹੀ ਦੇਖਿਆ ਜੀ ਜਿਹੜਾ ਸਿੰਘੂ ਬਾਰਡਰ ਤੇ ਸੀ, ਜਿਹਦੇ ਹੱਥ 'ਚ ਮਾਈਕ ਸੀ, ਗਲ 'ਚ ਇੱਕ ਬੈਗ ਪਾਇਆ ਹੋਇਆ ਸੀ ਤੇ ਭੱਜਾ ਫਿਰਦਾ ਸੀ, ਸੰਘਰਸ਼ ਕਰਦਾ ਸੀ। ਸੋ ਅੱਜ ਜਿਹੜਾ ਦੀਪਕ ਚਨਾਰਥਲ ਸਾਡੇ ਸਾਹਮਣੇ ਆ, ਇੱਕ ਨਵੀਂ ਪਰਸਨੈਲਿਟੀ ਸਾਡੇ ਸਾਹਮਣੇ ਆਈ ਕਿ ਉਹ ਦੀਪਕ ਜਿਹੜਾ ਮਿੱਟੀ 'ਚੋਂ ਪੈਦਾ ਹੋਇਆ, ਉਹ ਇੱਕ ਘੜਿਆ ਗਿਆ ਵਾ ਆਪਣੇ ਆਪ 'ਚ। ਉਹਨੇ ਇੱਕ ਮੈਂ ਕਿਤਾਬ ਪੜ੍ਹੀ ਸੀ, ਮੇਰੇ ਦੋਸਤ ਨੇ ਪਟਿਆਲੇ ਤੋਂ, ਉਹਦੀ ਕਿਤਾਬ ਦਾ ਨਾਂ ਸੀ ਘਾੜਤ, ਤੇ ਉਹਨਾਂ ਨੇ ਕਿਤਾਬ ਦੇ ਉੱਪਰ ਨਾ ਜਿਹੜਾ ਉਹ ਬਣਾਇਆ ਹੋਇਆ ਸੀ, ਸਕੈਚ ਬਣਾਇਆ ਸੀ, ਉਹ ਬੰਦਾ ਆਪਣੇ ਆਪ ਨੂੰ ਘੜ ਰਿਹਾ, ਆਪਣੀ ਸ਼ੈਣੀ ਫੜੀ ਹੋਈ ਆ, ਉੱਤੋਂ ਘੜ ਰਿਹਾ, ਥੱਲਿਓਂ ਉਹਦੀਆਂ ਹੋਰ ਤਰ੍ਹਾਂ ਵਾ ਤੇ ਉੱਪਰੋਂ ਘੜਿਆ ਗਿਆ। ਮੈਨੂੰ ਲੱਗਦਾ ਦੀਪਕ ਨੇ ਆਪਣੇ ਆਪ ਨੂੰ ਘੜ ਲਿਆ ਔਰ
ਜਿਹੜਾ ਪਿੰਡ ਸੀ ਨਾ ਉਹਨੇ ਘੜਿਆ ਦੀਪਕ। ਪਿੰਡ ਨੇ ਘੜਿਆ, ਬਾਪੂ ਨੇ ਸਹੀ ਰਾਹ ਦਿੱਤਾ, ਹਮੇਸ਼ਾ ਥਾਪੜਾ ਦਿੱਤਾ ਕਿ ਸਮਾਜ ਲਈ ਖੜਨਾ, ਲੋਕਾਂ ਲਈ ਖੜਨਾ, ਆਪਣੀ ਮਿੱਟੀ ਲਈ ਖੜਨਾ। ਤੇ ਉਸ ਦੌਰ ਦੇ ਵਿੱਚ ਵੀ ਕਦੇ ਨਹੀਂ ਮਤਲਬ ਕਿ ਕਿਹਾ ਕਿ ਹਾਂ ਡਰ ਆ, ਭੈ ਆ, ਭਰੋਸਾ ਰੱਖਿਆ। ਫਿਰ ਇਹ ਸਬੱਬ ਬਣਿਆ ਕਿ ਮੈਨੂੰ ਮੇਰੇ ਅਧਿਆਪਕ ਉਹੋ ਜਿਹੇ ਮਿਲੇ, ਫਿਰ ਸਬੱਬ ਬਣਿਆ ਕਿ ਮੇਰੇ ਜੀਵਨ ਦੇ ਵਿੱਚ ਡਾਕਟਰ ਡੀਪੀ ਸਿੰਘ ਵਰਗੀ ਹਸਤੀ ਆਈ, ਕਸ਼ਮੀਰ ਸਿੰਘ ਸ਼ਮੀਲ ਵਰਗੀ ਹਸਤੀ ਆਈ, ਫਿਰ ਮੇਰੇ ਜੀਵਨ 'ਚ ਸੁਰਜੀਤ ਪਾਤਰ ਆਉਂਦੇ ਨੇ, ਫਿਰ ਮੇਰੇ ਰਾਹ ਦਸੇਰਾ ਬਣ ਕੇ ਡਾਕਟਰ ਲਖਵਿੰਦਰ ਜੌਹਲ ਵਰਗੇ ਆਉਂਦੇ ਨੇ, ਤੇ ਮੇਰੇ ਪੱਤਰਕਾਰੀ ਦੇ ਗੁਰੂ ਸਤਨਾਮ ਸਿੰਘ ਮਾਨਕ, ਬਲਜਿੰਦਰ ਹਮਦਰਦ ਜੀ ਵਰਗੇ ਲੋਕ ਆਉਂਦੇ ਨੇ। ਸੋ ਜਦੋਂ ਤੁਹਾਡੇ ਆਲੇ ਦੁਆਲੇ ਐਡਾ ਬੜਾ ਔਰਾ ਹੋਵੇ ਫਿਰ ਉਹਦੇ ਵਿੱਚ ਤੁਸੀਂ ਚਾਨਣ ਲੈ ਕੇ ਤੁਸੀਂ ਮੰਦਰ ਨਹੀਂ ਪੈ ਸਕਦੇ। ਸੋ ਇਹ ਕਹਿਣ ਨੂੰ ਹੁੰਦਾ ਕਿ ਦੀਪਕ ਜਗਦਾ, ਕੰਮ ਤਾਂ ਤੇਲ ਦਾ, ਬਾਤੀ ਦਾ, ਚੁੰਗੜੇ ਦਾ ਹੁੰਦਾ, ਸੋ ਨਾ ਦੀਪਕ ਦਾ ਹੁੰਦਾ। ਸੋ ਮੇਰੇ ਤੇਲ, ਬਾਤੀ, ਚੁੰਗੜੇ ਬਹੁਤ ਮਜ਼ਬੂਤ ਨੇ। ਹਾਂ, ਜਿੱਥੋਂ ਤੱਕ ਸਵਾਲ ਹੈਗਾ ਕਿ ਤੁਸੀਂ ਕਹਿ ਰਹੇ ਹੋ ਕਿ ਠੋਸ ਹਾਂ, ਮਜ਼ਬੂਤ ਹਾਂ, ਪਤਾ ਨਹੀਂ, ਪਰ ਮੈਨੂੰ ਜਦੋਂ ਘੜਨ ਦੀ ਗੱਲ ਆਉਂਦੀ ਆ ਤਾਂ ਇਸ ਅੰਦੋਲਨ ਤੋਂ ਵਾਪਸ ਆ ਕੇ ਮੈਨੂੰ ਲੱਗਿਆ ਕਿ ਮੈਨੂੰ ਆਪਣੀ ਔਕਾਤ 'ਚ ਰਹਿਣ ਦੀ ਲੋੜ ਆ। ਤੁਸੀਂ ਘਾੜੇ ਦੀ ਗੱਲ ਕਰਦੇ ਹੋ, ਇਸ ਅੰਦੋਲਨ ਤੋਂ ਪਰਤਣ ਤੋਂ ਬਾਅਦ ਜਦੋਂ ਮਤਲਬ ਕਿ ਇੱਕੋ ਨਿਕਲਦੀ ਆ, ਇੱਕ ਤਾਂ ਪਹਿਲਾਂ ਆਉਂਦਾ ਉੱਥੋਂ ਮਿਸ਼ਨ ਰਾਹੀਂ ਅਸੀਂ ਵਾਪਸ ਆਉਣੇ, ਤਿੰਨ ਖੇਤੀ ਕਾਨੂੰਨ ਵਾਪਸ ਤੋਂ ਬਾਅਦ ਉਹ ਸਫ਼ਰ ਤੈਅ ਹੁੰਦਾ, ਤੇ ਉਸ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਕੰਨੀ ਨੂੰ ਸਜਦਾ ਕਰਨ ਲਈ ਅਰਦਾਸ ਕਰਨੀ, ਸ਼ੁਕਰਾਨਾ ਅਰਦਾਸ ਦਾ ਸਫ਼ਰ ਹੁੰਦਾ। ਤੇ ਜਦੋਂ ਉਸ ਅਰਦਾਸ ਲਈ ਨਿਕਲੇ ਤਾਂ ਇੱਥੋਂ ਜਲੰਧਰ ਨਿਕਲਣ ਤੋਂ ਬਾਅਦ ਅੰਮ੍ਰਿਤਸਰ ਤੱਕ ਲੋਕਾਂ ਨੇ ਜਿੰਨਾ ਮੋਹ ਦਿੱਤਾ, ਜਿੰਨਾ ਪਿਆਰ ਦਿੱਤਾ, ਜਿੰਨੇ ਸਰੋਪੇ, ਹਾਰ, ਫੁੱਲ, ਅਸ਼ੀਰਵਾਦ, ਜੱਫੀਆਂ, ਫੋਟੋਆਂ ਉਹਨੀਆਂ ਕਿਸਾਨ ਲੀਡਰਾਂ ਨੂੰ ਨਹੀਂ ਮਿਲੀਆਂ। ਵਾਹ ਜੀ। ਤੇ ਮੈਂ ਲੋਕ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਰਹੇ ਸੀ, ਮੈਂ ਨੱਕ ਰਗੜ ਕੇ ਰੋਇਆ ਤੇ ਬਾਬੇ ਨੂੰ ਅਸ਼ੀਰਵਾਦ ਮੰਗਿਆ ਬਾਬੇ ਤੋਂ ਕਿ ਬਾਬੇ ਮਿਹਰ ਭਰਿਆ ਹੱਥ ਰੱਖਦੀ, ਇੱਥੋਂ ਬੰਦਾ ਬਣ ਕੇ ਜਾਵਾਂ, ਕਿਤੇ ਮੇਰੇ 'ਚ ਹਵਾ ਨਾ ਭਰਦੀ। ਤੇ ਫਿਰ ਜਦੋਂ ਵਾਪਸ ਮੁੜਿਆ ਤਾਂ ਭਾਜੀ ਆ 2022 ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, ਮਤਲਬ ਮੈਂ ਪਹਿਲੀ ਵਾਰ ਇਹ ਗੱਲ ਸਾਂਝੀ ਕਰ ਰਿਹਾ ਕਿ ਕਿਹੜੀ ਪਾਰਟੀ ਹੈ ਜਿਹਨੇ ਬੂਹਾ ਨਹੀਂ ਖੜਕਾਇਆ, ਕਿਹੜੀ ਪਾਰਟੀ ਹੈ ਜਿਹੜੀ ਟਿਕਟ ਦੇਣ ਨਹੀਂ ਆਈ, ਕਿਹੜੀ ਪਾਰਟੀ ਹੈ ਜਿਹਨੇ ਸੌਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਬਾਤ ਹੈ। ਤੇ ਮੈਂ ਨਿਤਨੇਮ ਵਾਂਗ ਰੋਜ਼ ਘਰੇ ਜਾਂਦਾ ਸੀ, ਕਿਉਂਕਿ ਥੀਏਟਰ ਨਾਲ ਰਿਹਾ ਤੇ ਮੈਨੂੰ ਪਤਾ ਸੀ, ਮੈਂ ਰੋਜ਼ ਘਰੇ ਜਾਂਦਾ ਸੀ, ਸ਼ੀਸ਼ੇ ਮੂਹਰੇ ਖੜ ਕੇ 5 ਵਾਰ ਘੱਟੋ ਘੱਟ ਰੋਜ਼ ਬੋਲਦਾ ਸੀ, ਦੀਪਕ ਧਰਤੀ ਤੇ ਰਹਿਣਾ, ਔਕਾਤ 'ਚ ਰਹਿਣਾ, ਦੀਪਕ ਧਰਤੀ ਤੇ ਰਹਿਣਾ, ਔਕਾਤ 'ਚ ਰਹਿਣਾ, ਦੀਪਕ ਧਰਤੀ ਤੇ ਰਹਿਣਾ, ਔਕਾਤ 'ਚ ਰਹਿਣਾ। ਪੈਰ ਨਹੀਂ ਛੱਡੇ। ਔਰ ਮੈਂ ਇਹ ਮਹਿਸੂਸ ਕਰਦਾ, ਪਤਾ ਨਹੀਂ ਕੱਲ ਜੋ ਮਰਜ਼ੀ ਹੋਵੇ, ਪਰ ਮੈਂ ਅੱਜ ਇਸ ਧਾਰਨਾ ਤੇ ਖੜਾ ਕਿ ਦੇਸ਼ ਦੀ ਸੇਵਾ, ਸੂਬੇ ਦੀ ਸੇਵਾ, ਬੋਲੀ ਦੀ ਸੇਵਾ, ਲੋਕਾਂ ਦੀ ਸੇਵਾ ਕੱਲੇ ਐਮਐਲਏ ਐਮਪੀ ਬਣ ਕੇ ਨਹੀਂ ਹੁੰਦੀ, ਇਸ ਧਰਤੀ ਦੇ ਪੁੱਤ ਬਣ ਕੇ ਵੀ ਹੁੰਦੀ ਹੈ। ਉਹ ਰੁੱਖਾਂ ਵਾਂਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ, ਮੈਂ ਬੀਜ ਬਣ ਉਗਾਵਾਂਗਾ ਪੰਜਾਬੀ ਨੂੰ। ਉਹ ਰੁੱਖਾਂ ਵਾਂਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ, ਮੈਂ ਬੀਜ ਬਣ ਉਗਾਵਾਂਗਾ ਪੰਜਾਬੀ ਨੂੰ। ਉਹ ਦੀਵੇ ਵਾਂਗ ਬੁਝਾਉਣਾ ਚਾਹੁੰਦੇ ਪੰਜਾਬੀ ਨੂੰ, ਮੈਂ ਲਾਟ ਬਣ ਰੁਸ਼ਨਾਵਾਂਗਾ ਪੰਜਾਬੀ ਨੂੰ। ਮਾਂ ਬੋਲੀ ਦੇ ਕਰਜ਼ ਬੜੇ ਨੇ ਮੇਰੇ ਸਿਰ, ਮੈਂ ਪੁੱਤ ਬਣ ਸੰਭਾਲਾਂਗਾ ਪੰਜਾਬੀ ਨੂੰ, ਮੈਂ ਪੁੱਤ ਬਣ ਸੰਭਾਲਾਂਗਾ ਪੰਜਾਬੀ ਨੂੰ। ਸੋ ਇਸ ਲਈ ਇਹ ਜਿਹਾ ਇਹ ਜਿੱਦਾਂ ਹੁਣ ਚਲੋ ਆਪਾਂ ਗੱਲ ਕਰ ਲਈਏ, ਥੋੜਾ ਜਿਹਾ ਸਾਡੇ ਪੰਜਾਬੀ ਵੀ ਜਾਣਨ ਲਈ ਉਤਸੁਕ ਹੁੰਦੇ ਆ ਕਿ ਸਾਹਿਤ ਵਾਲਾ ਪਾਸਾ ਤਾਂ ਅਸੀਂ ਤੁਹਾਡਾ ਦੇਖ ਲਿਆ, ਤੁਸੀਂ ਰਚਨਾ ਸ਼ੁਰੂ ਕਰ ਦਿੱਤੀ, ਅੰਬਾਲੇ ਕਵਿਤਾ ਵੀ ਪੜ੍ਹੀ, ਉਸ ਤੋਂ ਬਾਅਦ ਪੱਤਰਕਾਰਤਾ ਵਾਲੇ ਪਾਸੇ ਕਿੱਦਾਂ ਝੁਕਾਅ ਹੋਇਆ, ਜਾਂ ਪੱਤਰਕਾਰਤਾ ਵਾਲੇ ਪਾਸੇ ਕਿੱਦਾਂ ਆਏ ਵੀ ਇਹ ਇਸ ਚੈਨਲ ਦੇ ਨਾਲ, ਜਾਂ ਤੁਸੀਂ ਖਬਰ ਦੇ ਬਾਰੇ ਵੀ ਗੱਲ ਕਰਦੇ ਹੋ, ਖਬਰ ਦੀ ਉਹ ਛਿੱਲ ਲਾਉਣੀ ਹੁੰਦੀ ਆ ਵੀ ਕੀ ਇਹਦੇ ਵਿੱਚ ਨਿਕਲਿਆ ਕੀ ਆ, ਸਾਨੂੰ ਕਹਿਣਾ ਕੀ ਚਾਹ ਰਿਹਾ। ਅੱਜ ਪੋਸਟ ਮਾਡਰਨ ਯੁੱਗ ਆ ਜਿਹਦੇ ਵਿੱਚ ਖਬਰ ਦਾ ਇੱਕ ਪਾਸਾ ਨਹੀਂ ਦੇਖਿਆ ਜਾਂਦਾ, ਉਹਦੇ 4 ਪਾਸੇ ਹੈਗੇ ਨਾ। ਤੁਸੀਂ ਉਸ ਚੀਜ਼ ਨੂੰ ਬੜਾ ਐਨਾਲਿਸਿਸ ਕਰਦੇ ਹੋ, ਪਰ ਮੈਂ ਇਹ ਜਾਣਨਾ ਚਾਹੁੰਦਾ, ਸਾਡੇ ਪੰਜਾਬੀ ਭਰਾ ਵੀ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਪੱਤਰਕਾਰਤਾ ਵਾਲੇ ਪਾਸੇ ਕਿੱਦਾਂ ਆਏ, ਤੁਸੀਂ ਕਿੱਦਾਂ ਇੱਥੋਂ ਜਿਹੜਾ ਆਪਣਾ ਅਖਬਾਰ ਨਾਲ ਜੁੜੇ ਜਾਂ ਫਿਰ ਚੈਨਲ ਤੱਕ ਹੀ ਸਿੱਧੇ ਆ ਗਏ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਮੈਂ ਤੁਹਾਨੂੰ ਜਿਵੇਂ ਸਾਂਝਾ ਹੀ ਕੀਤਾ ਕਿ ਪਿੰਡ ਰੋਜ਼ ਸਵੇਰੇ ਸਕੂਲ ਦੀ ਪ੍ਰਾਰਥਨਾ 'ਚ ਮੈਂ ਖਬਰਾਂ ਦੇ ਹੈਡਿੰਗ ਬੋਲਦਾ ਹੁੰਦਾ, ਉੱਥੋਂ ਮੈਨੂੰ ਅਖਬਾਰ ਪੜ੍ਹਨ ਦੀ ਚੇਟਕ ਲੱਗੀ। ਫਿਰ ਪਿੰਡ ਦੀ ਸੱਥ 'ਚ ਜਾ ਕੇ ਬਾਬਿਆਂ ਤੋਂ ਖਬਰਾਂ ਸੁਣਨੀਆਂ ਤੇ ਘਰੇ ਆ ਕੇ ਹੂ ਖਬਰ ਸੁਣਾਉਣੀ। ਕੀ ਬਾਤ। ਤੇ ਸਾਡੇ ਘਰੇ ਮਿਸਤਰੀ ਲੱਗਿਆ ਸੀ, ਉਹ ਬਾਪੂ ਦਾ ਮਤਲਬ ਨਾਲ ਪੜ੍ਹਿਆ, ਕਲਾਸ ਪਹਿਲੋਂ ਹੀ ਸੀ, ਤੇ ਮੈਂ ਆ ਕੇ ਉਹਨੂੰ ਦੱਸਣਾ ਕਿ ਰਾਤ ਜਿਹੜਾ ਸਾਈਕਲ ਵਾਲਾ ਬੰਦਾ ਸੀ ਆਪਣੇ ਪਿੰਡੋਂ 3 ਦਿਨ ਸਾਈਕਲ ਤੇ ਗੇੜੇ ਕੱਢਦਾ ਹੁੰਦਾ ਸੀ, ਬਾਜੀ ਪਾਉਣੀ ਕਿ ਉਹਨੇ ਰਾਤ ਐਂ ਕੀਤਾ। ਉਹ ਕਹਿੰਦਾ ਤੂੰ ਗਿਆ? ਮੈਂ ਕਿਹਾ ਮੈਨੂੰ ਤਾਂ ਘਰ ਦੇ 6 ਵਜੇ ਤੋਂ ਜਾਣ ਨਹੀਂ ਦਿੰਦੇ। ਕਹਿੰਦਾ ਝੂਠ ਬੋਲਦਾ, ਤੂੰ ਗਿਆ ਕਿ ਰਾਤ ਅਸੀਂ ਦੇਖਿਆ ਕੁਛ? ਮੈਂ ਕਿਹਾ ਮੈਨੂੰ ਤਾਂ ਸਕੂਲ 'ਚ ਮਿੱਤਰਾਂ ਨੇ ਸੁਣਾਇਆ, ਮੈਂ ਉਹਨੂੰ ਖਬਰ ਬਣਾ ਕੇ ਸੁਣਾਉਂਦਾ ਸੀ। ਸੋ ਇਹਦਾ ਮਤਲਬ ਮੇਰਾ ਖਬਰ ਨਾਲ ਬਾਹ ਉੱਥੋਂ ਰਿਹਾ। ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਪੱਤਰਕਾਰੀ 'ਚ ਜਾਣਾ।
ਮੈਨੂੰ ਅਕਸਰ ਜੇਕਰ ਕਿਸੇ ਨੇ ਪੁੱਛਣਾ ਤਾਂ ਮੈਂ ਕਹਿਣਾ ਮੈਂ ਤਾਂ ਐਕਟਰ ਬਣੂੰਗਾ, ਮੈਂ ਤਾਂ ਬੰਬੇ ਜਾਣਾ। ਅੱਛਾ ਜੀ। ਮੈਂ ਦਿੱਲੀ ਗਿਆ, ਮੈਂ 11ਵੀਂ 12ਵੀਂ 'ਚ ਪੜ੍ਹ ਰਿਹਾ ਸੀ ਤੇ ਜਦੋਂ 12ਵੀਂ ਦੇ ਸਾਡੇ ਇਮਤਿਹਾਨ ਹੋਣੇ ਸੀ ਤਾਂ ਇਮਤਿਹਾਨਾਂ ਤੋਂ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਸਾਡੇ ਕਾਲਜ ਦੀ ਜਿਹੜੀ ਪ੍ਰਾਈਵੇਟ ਕਾਲਜ ਸਕੂਲ ਸੀਗਾ ਉਹਦੀ ਜਿਹੜੀ ਮੈਨੇਜਮੈਂਟ ਹੈ ਉਹਦੇ 2 ਹਿੱਸੇ ਹੋ ਗਏ ਨੇ ਤੇ ਸਾਡੀ ਬੋਰਡ ਦੀ ਫੀਸ ਹੀ ਨਹੀਂ ਭੇਜੀ ਗਈ। ਅੱਛਾ ਜੀ। 12ਵੀਂ ਦੇ ਪੇਪਰ ਮੈਂ ਭੂਆ ਕੋਲ ਰਹਿ ਕੇ ਪੜ੍ਹ ਰਿਹਾ ਤੇ ਬੋਰਡ ਦੀ ਫੀਸ ਨਹੀਂ ਗਈ ਤੇ ਬਾਕੀਆਂ ਦੇ ਮਾਪੇ ਭੱਜ ਨੱਠ ਕਰ ਰਹੇ ਨੇ ਤੇ ਮੇਰੇ ਫੁੱਫੜ ਜੀ ਉਹਦੀ ਬਿਜ਼ਨਸ ਨੇ ਤੇ ਉਹ ਇਸ ਲਈ ਬਾਹਰ ਅੰਦਰ ਰਹਿੰਦੇ ਨੇ ਤੇ ਫਿਰ ਵੀ ਮੈਂ ਭੂਆ ਤੇ ਫੁੱਫੜ ਕੋਲ ਨਾ ਕੇ ਆਪਣੇ ਬਾਪੂ ਬੇਬੇ ਕੋਲ, ਇਸ ਲਈ ਉਹਨਾਂ ਨੂੰ ਕਿੰਨਾ ਕੁ ਫਿਕਰ ਹੋਣਾ ਸੀ ਇਹ ਆਪਾਂ ਸਮਝਦੇ। ਸੋ ਇਸ ਲਈ ਫਿਰ ਮੈਂ ਉੱਥੇ ਧਰਨਾ ਸ਼ੁਰੂ ਕੀਤਾ। ਅੱਛਾ ਜੀ। +2 ਪੜ੍ਹਦਾ ਮੇਰੇ ਨਾਲ ਮੁੰਡੇ ਕੁੜੀਆਂ ਨੇ ਸਾਥ ਵੀ ਦਿੱਤਾ, ਜਦ ਕਿ ਦਿੱਲੀ ਵਾਲੇ ਬੱਚੇ ਅਜਿਹੀਆਂ ਚੀਜ਼ਾਂ ਲਈ ਨਹੀਂ ਹੁੰਦੇ ਪਰ ਉਹਨਾਂ ਦੇ ਮਾਪਿਆਂ ਨੇ ਮੇਰੇ ਤੇ ਭਰੋਸਾ ਜਤਾਇਆ, ਅਸੀਂ ਧਰਨਾ ਲਾਉਣਾ ਸ਼ੁਰੂ ਕਰ ਦਿੱਤਾ। ਅੱਛਾ ਜੀ। ਰੋਜ਼ ਰਾਤ ਸ਼ਾਮ ਤੱਕ ਧਰਨੇ 'ਤੇ ਬੈਠਣਾ ਤੇ ਉਹਦੀ ਖਬਰ ਬਣਾ ਕੇ ਨੋਇਡਾ ਦਾ ਇੱਕ ਅਖਬਾਰ ਹੈ ਰਾਸ਼ਟਰੀ ਸਹਾਰਾ, ਅੱਛਾ ਨੋਇਡਾ ਤੋਂ ਹੀ ਨਿਕਲਦਾ ਤੇ ਰੋਜ਼ ਉਹਦੇ ਗੇਟ ਤੇ ਖਬਰ ਫੜਾਇਆ ਉਹਨੇ। ਮੇਰਾ ਇੱਕ ਦੋਸਤ ਸੀ, ਉਹਦੇ ਕੋਲ ਕਨਾਈਟਿਕ ਸਕੂਟਰ ਹੁੰਦਾ ਸੀ ਉਸ ਟਾਈਮ, ਕਾਈ ਨਹੀਂ, ਤੇ ਉਹਦੇ ਪਰ ਜਾਣਾ ਸੀ ਗੇਟ ਤੇ ਫੜਾਉਣਾ। ਇੱਕ ਦਿਨ, 2 ਦਿਨ, ਤੀਜੇ ਦਿਨ ਜਦੋਂ ਫੜਾਉਣ ਗਏ ਤਾਂ ਉਹਨੇ ਸਾਨੂੰ ਰੋਕ ਲਿਆ ਗੇਟ ਵਾਲੇ। ਅੱਛਾ ਜੀ। ਗੇਟਮੈਨ ਕਹਿੰਦਾ ਰੁਕੋ। ਉਹਨੇ ਉੱਪਰ ਫੋਨ ਕੀਤਾ ਕਿ ਮੈਡਮ ਉਹ ਵਿਦਿਆਰਥੀ ਆਏ ਆ ਜੋ ਰੋਜ਼ ਖਬਰ ਦੇ ਕਰ ਜਾਂਦੇ ਤੇ ਉਹਨੇ ਕਿਹਾ ਕਿ ਉੱਪਰ ਭੇਜੋ ਤੇ ਅਸੀਂ ਉੱਪਰ ਚਲੇ ਗਏ। ਮੈਡਮ ਨੇ ਸਾਨੂੰ ਕੈਬਨ 'ਚ ਬਿਠਾਇਆ। ਏਜ ਮੈਡਮ ਸੀਗੇ, ਬੜੇ ਪਿਆਰ ਨਾਲ, ਬੜੇ ਠਰਮੇ ਨਾਲ ਬੋਲਦੇ ਸੀ। ਮੈਨੂੰ ਕਹਿੰਦੇ ਬੇਟੇ ਕੀ ਕਰਤੇ ਹੋ? ਮੈਂ ਕਿਹਾ ਜੀ +2 'ਚ ਪੜ੍ਹ ਰਿਹਾ। ਕੀ ਕਰਨਾ ਅੱਗੇ? ਮੈਂ ਕਿਹਾ ਜੀ ਜੋ ਪੜ੍ਹਾਈ ਕਰਕੇ ਬਣੋ। ਮੈਂ ਕੁਝ ਨਹੀਂ ਕਿਹਾ, ਮੈਂ ਜੋ ਪੜ੍ਹਾਈ ਕਰਕੇ ਬਣੋ, ਜੋ ਘਰ ਦੇ ਕਹਿਣਗੇ। ਇਹ ਖਬਰ ਕੌਣ ਲਿਖਤਾ ਹੈ? ਮੈਂ ਕਿਹਾ ਜੀ ਮੈਂ ਲਿਖਦਾ। ਮੈਨੂੰ ਲੱਗਿਆ ਕਿ ਕੋਈ ਗਲਤੀ ਹੈ ਜਾਂ ਕੁਝ, ਮੈਂ ਡਰ ਗਿਆ। ਮੈਂ ਨਹੀਂ ਜੀ ਮੈਂ ਲਿਖਦਾ। ਅੱਛਾ ਜੀ। ਪੱਤਰਕਾਰ ਬਣਨਾ ਹੈ? ਕੀ ਬਾਤ। ਤੇ ਮੈਂ ਕੁਝ ਨਹੀਂ ਜਵਾਬ ਦਿੱਤਾ। ਕਹਿੰਦੀ +2 करने के बाद मेरे पास आ जाना, तुम्हें पढ़ाऊंगी भी मैं और दफ्तर भी नौकरी मैं रखूंगी। मैं उठ के खड़ा हो गया, मैं हस पिया। मैं कहा मैडम जी किहड़ियां गल्लां करदे हो, बंबे जाना, एक्टर बनना। अच्छा जी। ਤੇ ਉਹ ਹੱਸੀ। ਸੁਪਨਾ ਐਕਟਰ ਦਾ ਸੀ। ਉਹਨੇ ਕਾਰਡ ਕੱਢਿਆ ਆਪਣਾ, ਮੈਨੂੰ ਦੇਤਾ, ਕਹਿੰਦੀ ਜਦੋਂ ਲੋੜ ਹੋਵੇ ਪੁੱਤਾ ਜੀ। ਮੈਂ ਕਾਰਡ ਨਹੀਂ ਸਾਂਭਿਆ। ਅੱਛਾ ਜੀ। ਪਰ ਉਹਦਾ ਸੁਨੇਹਾ ਅੱਜ ਵੀ ਸਾਂਭੀ ਬੈਠਾ ਕਿ ਮਤਲਬ ਉਹਨੇ ਉਸ ਸਮੇਂ ਪਛਾਣ ਲਿਆ ਸੀ ਮੈਂ ਪੱਤਰਕਾਰ ਬਣਨਾ। ਤੇ ਮੈਂ ਨੰਗਲ ਆ ਗਿਆ। ਨੰਗਲ ਆ ਕੇ ਥੀਏਟਰ ਨਾਲ ਜਿਵੇਂ ਆਪਾਂ ਗੱਲ ਕੀਤੀ, ਸਾਹਿਤ ਨਾਲ, ਕਲਮਾਂ, ਤੇ ਡਾਕਟਰ ਡੀਪੀ ਸਿੰਘ ਹੋਰਾਂ ਨੇ ਮੈਨੂੰ ਰੇਡੀਓ ਸਟੇਸ਼ਨ ਭੇਜਣਾ ਸ਼ੁਰੂ ਕੀਤਾ, ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ। ਇੱਥੇ ਮੈਂ ਬੱਚਿਆਂ ਦੇ ਪ੍ਰੋਗਰਾਮ ਦਾ ਇੱਕ ਸ਼ੋਅ ਕਰਨਾ ਸ਼ੁਰੂ ਕੀਤਾ ਤੇ ਫਿਰ ਉੱਥੇ ਸਾਡੇ ਨੰਗਲ 'ਚ ਇੱਕ ਸ਼ਿਵਾਲਿਕ ਪੱਤਰਕਾਰ ਸ਼ਬਦੀ ਸੀ। ਅੱਛਾ ਜੀ। ਵੀਕਲੀ ਪੇਪਰ ਸੀ। ਅੱਛਾ ਜੀ। ਤੇ ਮੈਨੂੰ ਉਹਨਾਂ ਨੇ ਕਹਿਣਾ ਕਿ ਤੂੰ ਕਾਲਜ ਦੀਆਂ ਗਤੀਵਿਧੀਆਂ ਭੇਜ ਦਿਆ ਕਰ। ਬਿਲਕੁਲ। ਮੈਂ ਉਹਨੂੰ ਕਾਲਜ ਦੀਆਂ ਗਤੀਵਿਧੀਆਂ ਲਿਖਣੀਆਂ ਤੇ ਭੇਜ ਦੇਣੀਆਂ ਤੇ ਉਹਦੇ ਨਾਲ ਨਾਲ ਹੌਲੀ ਹੌਲੀ ਮੈਂ ਕਾਲਜ ਦੀਆਂ ਖਾਮੀਆਂ ਲਿਖ ਕੇ ਭੇਜਣ ਲੱਗ ਗਿਆ ਕਿ ਆਹ ਡਿਪਾਰਟਮੈਂਟ 'ਚ ਆਹ ਖਾਮੀਆਂ, ਇੱਥੇ ਆਏ ਆ। ਤੇ ਉਹ ਨਿਆਣਿਆਂ ਨੇ ਜਦੋਂ ਪੜ੍ਹਨੀ, ਕੋਈ ਬੱਚੇ ਘਰਾਂ 'ਚ ਫਰੀ ਜਾਂਦੀ ਸੀ ਨੰਗਲ 'ਚੋਂ, ਤੇ ਉਹਨਾਂ ਬੱਚਿਆਂ ਨੇ ਫੋਟੋ ਸਟੇਟ ਬੜੀ ਹੋ ਜਾਂਦੀ ਹੈ ਖਬਰ ਨਾਲ ਵੀ, ਸਾਈ ਬੜਾ ਕਰ ਨਿਆਣਿਆਂ ਨੇ ਬੜੀ ਕਰਕੇ ਕਾਲਜ ਦੇ ਨੋਟਸ ਬੋਰਡਾਂ ਤੇ ਲਾਉਣੀ ਸ਼ੁਰੂ ਕਰਤੀ। ਵਾਹ ਜੀ। ਤੇ ਮੇਰੀਆਂ ਮਤਲਬ ਕਿ ਉਹ ਆਉਣ ਲੱਗੀਆਂ ਕਿ ਆਓ ਜੀ ਪ੍ਰਿੰਸੀਪਲ ਸਾਹਿਬ ਨੇ ਤਲਬ ਕਰ ਲਿਆ, ਟੀਚਰਾਂ ਨੇ ਤਲਬ ਕਰ ਲਿਆ, ਤੇ ਉਹ ਮੇਰੀ ਖਬਰ ਦੀ ਚਰਚਾ ਹੋਣ ਲੱਗ ਗਈ ਤੇ ਮੈਨੂੰ ਸਵਾਦ ਵੀ ਆਉਣ ਲੱਗ ਗਿਆ ਕਿ ਮੈਂ ਯਾਰ ਵਿਦਿਆਰਥੀਆਂ ਦੇ ਮੁੱਦੇ ਚੱਕ ਰਿਹਾ। ਤੇ ਡਾਕਟਰ ਡੀਪੀ ਸਿੰਘ ਨੇ ਉਹ 'ਚੋਂ ਮੈਨੂੰ ਕਿਹਾ ਕਿ ਤੈਨੂੰ ਮੈਂ ਅਜੀਤ ਭੇਜਦਾ। ਅੱਛਾ ਜੀ। ਆਹ ਮੇਰੀ ਚਿੱਠੀ ਬਲਜਿੰਦਰ ਸਿੰਘ ਹਮਦਰਦ ਜੀ ਦੇ ਨਾਮ ਲੈ ਜਾ। ਅੱਛਾ ਜੀ। ਮੈਨੂੰ ਚਿੱਠੀ ਲਿਖ ਕੇ ਉਹਨੇ ਭਾਜੀ ਦੇ ਨਾਲ ਭੇਜੀ। ਭਾਜੀ ਨੇ ਚਿੱਠੀ ਪੜ੍ਹੀ, ਕਹਿੰਦੇ ਤੂੰ ਚਿੱਠੀ ਉਹ ਡਾਕਟਰ ਸਾਹਿਬ ਦੀ ਲੈ ਕੇ ਆਇਆ। ਇਸ ਚਿੱਠੀ ਨੂੰ ਮੈਂ ਨਾ ਨਹੀਂ ਕਰ ਸਕਦਾ, ਪਰ ਤੇਰੇ ਕੋਲ ਤਜਰਬਾ ਤਾਂ ਕੋਈ ਹੈ ਨਹੀਂ। ਤਜਰਬਾ ਹੈ ਨਹੀਂ ਤੇ ਤੂੰ ਪੜ੍ਹਦਾ ਕਿ ਮੈਂ ਫਾਈਨਲ ਈਅਰ, ਰਸਮੀ ਐਜੂਕੇਸ਼ਨ ਵੀ ਹੈ ਨਹੀਂ ਕੋਈ, ਹਾਲੇ ਫਾਈਨਲ ਈਅਰ। ਹਾਂਜੀ। ਕਹਿੰਦੇ ਐਂ ਕਰੇ ਚਿੱਠੀ ਦੇ ਵੱਟੇ ਤੈਨੂੰ ਚਿੱਠੀ ਦੇਣਾ। ਅੱਛਾ ਜੀ। 3 ਮਹੀਨੇ ਬਾਅਦ ਇਹਨੂੰ ਕਾਰਡ 'ਚ ਬਦਲਣਾ ਤੇਰਾ ਕੰਮ ਹੋਊਗਾ। ਠੀਕ ਹੈ ਜੀ। ਇਹ ਦਸੰਬਰ 1998 ਦੀ ਗੱਲ ਆ। ਅੱਛਾ ਜੀ। ਮੈਂ ਚਿੱਠੀ ਲੈ ਕੇ ਚਲਾ ਗਿਆ। ਜਨਵਰੀ, ਫਰਵਰੀ, ਮਾਰਚ 1999 'ਚ ਮੇਰੇ 3 ਮਹੀਨੇ ਪੂਰੇ ਹੋਣੇ ਸੀ। ਅੱਛਾ ਜੀ। ਪਰ ਮੈਂ ਮਾਰਚ ਪੂਰੇ ਹੋਣ ਤੇ ਵਾਪਸ ਨਹੀਂ ਆਇਆ। ਮੇਰੀ 1-2 ਖਬਰਾਂ ਰੋਜ਼ ਲੱਗਦੀਆਂ ਰਹਿਣੀਆਂ। 300 ਸਾਲਾ ਸੀ ਅਪ੍ਰੈਲ 'ਚ। ਹਾਂਜੀ ਹਾਂਜੀ। ਖਾਲਸਾ ਪੰਥ ਦੀ ਸਥਾਪਨਾ ਦਿਵਸ। ਤੇ ਮੈਨੂੰ ਲੱਗਿਆ ਕਿ ਉਹ ਬੜਾ ਕਾਰਜ ਕਰਕੇ ਫਿਰ ਮੈਂ ਜਿੱਤ ਜਾਊਂਗਾ। ਮੈਂ ਅਪ੍ਰੈਲ ਤੱਕ ਰੁਕ ਗਿਆ ਤੇ ਉਸ ਸਮੇਂ ਸੇਖਵਾਂ ਸੀਗੇ ਮਿਨਿਸਟਰ ਸਾਡੇ ਇਹਦੇ ਵਿਭਾਗ ਦੇ। ਅੱਛਾ ਜੀ। ਤੇ ਜੀ ਉਹਨਾਂ ਨੇ ਗਰਲ ਸਕੂਲ ਦੇ ਵਿੱਚ ਮੀਡੀਆ ਹੱਬ ਬਣਾਈ ਤੇ ਉਸ ਸਮੇਂ ਅਨੰਦਪੁਰ ਸਾਹਿਬ ਕੋਈ ਹੋਟਲ ਤਾਂ ਹੈ ਨਹੀਂ ਸੀ ਰਹਿਣ ਦਾ, ਤੇ ਉਹਨਾਂ ਦੇ ਕਮਰੇ ਪੱਤਰਕਾਰਾਂ ਦੇ ਰਹਿਣ ਲਈ ਬਣਾਏ, ਜਿਹੜੇ ਦੁਨੀਆ ਭਰ ਦੇ ਪੱਤਰਕਾਰ, BBC ਦੇ ਹੋਰ ਵੱਖ-ਵੱਖ ਅਦਾਰਿਆਂ ਦੇ, ਹਿੰਦੀ ਅਦਾਰਿਆਂ ਦੇ, ਉਹ ਸਾਰੇ ਉੱਥੇ ਰੁਕੇ। ਅੱਛਾ ਜੀ। ਮੈਂ ਘਰੋਂ ਆਪਣੇ ਨਾਨਕੇ ਮਾਮਿਆਂ ਦੇ ਘਰੋਂ ਇੱਕ ਦਰੀ, ਇੱਕ ਸਰਾਣਾ ਤੇ ਉੱਪਰ ਲੈਣ ਨੂੰ ਇੱਕ ਖੇਸੀ, 3 ਚੀਜ਼ਾਂ ਲਿਆਇਆ ਕਿਉਂਕਿ ਕਮਰੇ 'ਚ ਉਹਨਾਂ ਨੇ ਹੀਟਰ ਜ਼ਰੂਰ ਲਾਏ ਹੋਏ ਸੀ। ਉਹਨਾਂ ਨੇ ਇੰਨੀ ਠੰਡ ਵਾਲਾ ਕੋਈ ਮਸਲਾ ਵੀ ਨਹੀਂ ਸੀ ਤੇ ਮੌਸਮ ਵੀ ਠੀਕ ਸੀਗਾ, ਅਪ੍ਰੈਲ ਚੜ੍ਹ ਗਿਆ ਸੀ। ਸੋ ਇਸ ਲਈ ਮੈਂ ਉਹ 3 ਚੀਜ਼ਾਂ ਲਿਆਇਆ ਤੇ ਮੈਂ ਰੋਜ਼ ਇੱਕ ਪੱਤਰਕਾਰ ਦੇ ਕਮਰੇ 'ਚ ਸੌਂਦਾ ਸੀ ਤੇ ਦੂਏ ਦਿਨ ਪੂਰਾ ਦਿਨ ਇੱਕ ਪੱਤਰਕਾਰ ਨਾਲ ਬਿਤਾਉਂਦਾ ਸੀ ਉਹਦੀ ਉਹ ਗੱਡੀ 'ਚ। ਬਿਲਕੁਲ। ਉਹ 8-9 ਦਿਨ ਮੇਰੀ ਪੱਤਰਕਾਰੀ ਦੀ ਸਕੂਲਿੰਗ ਸੀ, ਉਹੀ ਮੇਰੀ ਡਿਗਰੀ ਸੀ। ਉਹਨੇ ਮੈਨੂੰ ਇਸ ਪਾਸੇ ਲਿਆਂਦਾ ਤੇ ਜਦੋਂ ਮੈਂ ਉਹ ਪੂਰਾ ਕਰਕੇ ਅਜੀਤ ਦੀਆਂ ਪੌੜੀਆਂ ਚੜ੍ਹਿਆ ਤਾਂ ਗੇਟ ਤੋਂ ਲੈ ਕੇ ਭਾਜੀ ਤੱਕ ਮੇਰਾ ਨਾਂ ਯਾਦ ਸੀ ਸਾਰਿਆਂ ਨੂੰ।
ਓਏ ਹੋਏ, ਇਹ ਮੇਰੀ ਪ੍ਰਾਪਤੀ ਸੀ ਕਿ ਮੇਰੀ 8-8 ਖਬਰਾਂ ਫਰੰਟ ਤੇ ਛਪੀਆਂ ਕਿਆ ਉਹਨਾਂ ਬਾਤ ਚ। ਹੈ, ਕਿਆ ਬਾਤ ਤੇ ਉਹ ਮੇਰੀ ਸਕੂਲਿੰਗ ਸੀ। ਤੇ ਫਿਰ ਮੈਂ ਉਹ ਤੋਂ ਬਾਅਦ ਜਾਗਰਣ ਕੰਨੀ ਨੂੰ ਹੋ ਗਿਆ। ਅੱਛਾ ਜੀ। ਜਾਗਰਣ ਆ ਗਈ, ਫਿਰ ਮੈਨੂੰ ਲੱਗਿਆ ਕਿ ਮੈਂ ਹੁਣ ਪ੍ਰੋਫੈਸ਼ਨ ਅਪਣਾਉਣਾ ਹੈ ਤੇ ਮੈਨੂੰ ਹੁਣ ਇਹਦੇ ਲਈ ਤਨਖਾਹ ਵੀ ਚਾਹੀਦੀ ਆ, ਕਿਉਂਕਿ ਮੈਂ ਕੋਈ ਨਾ ਮਾਸਟਰ ਸੀ, ਨਾ ਮੇਰਾ ਕੋਈ ਪ੍ਰਾਪਰਟੀ ਦਾ ਕੰਮ ਸੀ, ਨਾ ਮੇਰਾ ਕੋਈ ਹੋਰ ਧੰਦਾ ਸੀ। ਜੇ ਮੈਂ 24 ਘੰਟੇ ਕੰਮ ਅਪਣਾਉਣਾ ਸੀ ਤਾਂ ਮੈਂ ਹੋਕਰ ਤੋਂ ਪੱਤਰਕਾਰੀ ਦਾ ਜਦੋਂ ਸਫ਼ਰ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਕਿ ਮੈਂ ਅਜੀਤ ਦੀਆਂ ਅਖਬਾਰਾਂ ਮੇਲਿਆਂ 'ਚ ਵੀ ਵੰਡੀਆਂ ਤੇ ਮੈਂ ਫਿਰ ਉਹ ਮਤਲਬ ਕਿ ਜਾਗਰਣ ਨਾਲ ਜਦੋਂ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਇਹਦਾ ਡਿਗਰੀ ਕਰਨ ਲਈ ਮੈਂ ਇਲਾਹਾਬਾਦ ਯੂਨੀਵਰਸਿਟੀ ਤੋਂ ਕੋਰਸਪੋਂਡੈਂਸ ਡਿਗਰੀ ਕੀਤੀ। ਅੱਛਾ ਜੀ। ਤੇ ਪੈਰਲਲ ਮੈਂ ਜਾਗਰਣ ਲਈ ਸ਼ੁਰੂ ਕਰਤੀ। ਉਹਨਾਂ ਨੇ ਮੈਨੂੰ ਥੋੜੇ ਮਾਣ ਭੱਤਾ ਦੇਣਾ ਸ਼ੁਰੂ ਕਰਤਾ। ਤੇ ਫਿਰ ਮਾਨਕ ਸਾਹਿਬ ਦਾ ਮੈਨੂੰ ਫੋਨ ਆਉਂਦਾ, ਬਹੁਤ ਅੱਛਾ, ਕਹਿੰਦੇ ਕਿ ਦੀਪਕ ਤੂੰ ਸਾਡੇ, ਮੈਂ ਕਿਹਾ ਭਾਜੀ ਹੁਣ ਮੈਂ ਘਰ ਵੀ ਚਲਾਉਣਾ, ਮੇਰਾ ਵਿਆਹ ਹੋਣ ਲੱਗਿਆ ਤੇ ਇਸ ਲਈ ਮੈਨੂੰ ਤਨਖਾਹ ਵੀ ਚਾਹੀਦੀ। ਕਹਿੰਦੇ ਤਨਖਾਹ ਦਾ ਮਸਲਾ ਤੂੰ ਡੈਸਕ ਤੇ ਆ ਜਾ। ਤੇ ਮੈਂ ਅਜੀਤ ਦੇ ਡੈਸਕ ਤੇ ਆ ਗਿਆ। ਸੋ ਜਿੰਨਾ ਪਿਆਰ, ਜਿੰਨਾ ਮੋਹ, ਜਿੰਨਾ ਆਪਣਾ ਅਜੀਤ ਤੋਂ ਮਿਲੀ ਆ ਕਦੇ ਨਹੀਂ ਕਿਤੋਂ ਮਿਲੀ। ਤੇ ਉਹ ਤੋਂ ਬਾਅਦ ਫਿਰ ਚਲੋ ਚੱਲਾ, ਫਿਰ ਉਹ ਤੋਂ ਬਾਅਦ ਵੱਖੋ ਵੱਖ ਅਖਬਾਰਾਂ ਨਾਲ, ਪ੍ਰਵਾਸੀ ਅਖਬਾਰ ਤੇ ਰੇਡੀਓ ਨਾਲ, ਫਿਰ ਟੀਵੀ ਚੈਨਲ ਗਲੋਬਲ ਪੰਜਾਬ ਨਾਲ, ਵਿਜ਼ਨ ਪੰਜਾਬ ਨਾਲ, ਅੱਖਰ ਨਾਲ, ਤੇ ਫਿਰ ਹੁਣ ਮੈਂ ਅੱਜ ਕੱਲ੍ਹ ਆਜ਼ਾਦ ਪੱਤਰਕਾਰੀ ਕਰਦਾ। ਮੈਂ ਆਪਣੀ ਭਾਵਨਾ ਅਨੁਸਾਰ, ਆਪਣੀ ਸਮਝ ਅਨੁਸਾਰ ਖੁੱਲ੍ਹਾ। ਤੇ ਉਹਦੇ ਵਿੱਚ ਮੈਨੂੰ ਦੂਰਦਰਸ਼ਨ ਨੇ ਪਿੰਡਾਂ 'ਚ ਬਹੁਤ ਪਹੁੰਚਾਇਆ, ਖਾਸ ਕਰ ਇੱਕ ਨਜ਼ਰ ਨੇ ਮੈਨੂੰ ਘਰ ਘਰ ਪਹੁੰਚਾਇਆ। ਤੇ ਵੱਖਰੀ ਗੱਲ ਹੈ ਕਿ ਸਰਕਾਰ ਨੇ ਵੱਡਾ ਨਾਮ ਦਿੱਤਾ ਅੰਦੋਲਨ ਦਾ ਸਾਨੂੰ। ਕੋਈ ਗੱਲ ਨਹੀਂ, ਸੰਘਰਸ਼ ਦਾ ਨਾਮ ਦੀਪਕ ਚਨਾਰਥਲ। ਮੈਂ ਤੇ ਜੇ ਮੈਂ ਇਸ ਗੱਲ ਨੂੰ ਨਾ ਇੱਕ ਸ਼ਬਦ 'ਚ ਬੰਨਣਾ ਹੋਵੇ, ਸੰਘਰਸ਼ ਵਾ ਸ਼ੁਰੂ ਤੋਂ ਲੈ ਕੇ ਅੰਤ ਤੱਕ, ਔਰ ਲਗਾਤਾਰ ਸੰਘਰਸ਼, ਹਾਲੇ ਵੀ ਸੰਘਰਸ਼। ਸੋ ਮੈਂ ਥੋੜਾ ਜਿਹਾ ਬਸ ਟਾਈਮ ਆਪਣੇ ਕੋਲ ਥੋੜਾ ਜੀ, ਆਪਾਂ ਇੱਕ ਤਾਂ ਮੈਨੂੰ ਨਾ ਕਿਸਾਨੀ ਸੰਘਰਸ਼ ਦੇ ਦੌਰ ਦੀ ਵੀ ਜਿੱਦਾਂ ਕੋਈ ਖਾਸ ਇਨਸੀਡੈਂਟ ਉੱਥੇ ਹੋਏ ਆ ਵੀ ਉਹਨਾਂ ਦੇ ਦੌਰ 'ਚ ਤੁਸੀਂ ਜਿੱਥੇ ਬੜਾ ਬੇਬਾਕ ਹੋ ਕੇ ਬੋਲੇ ਨਾ, ਇੱਕ ਉਹ ਤੇ ਇੱਕ ਫਿਰ ਲਾਸਟ ਵਿੱਚ ਆਪਣੀ ਕੋਈ ਰਚਨਾ ਜਿਹੜੀ ਤੁਹਾਡੇ ਦਿਲ ਦੇ ਬਹੁਤ ਨੇੜੇ ਆ, ਔਰ ਉੱਥੇ ਦੀਆਂ ਘਟਨਾਵਾਂ। ਕਿਉਂਕਿ ਮੇਰਾ ਪਿੰਡ, ਮੇਰੀ ਆਪਣੀ ਕਿਤਾਬ 'ਚ ਮੈਂ ਜ਼ਿਕਰ ਕੀਤਾ ਜੀ, ਮੇਰਾ ਪਿੰਡ ਸੰਗੋਜਲਾ, ਉਹਦੇ 'ਚ ਬੜਾ ਕਿਸਾਨੀ ਸੰਘਰਸ਼ ਦਾ ਬੜਾ ਯੋਗਦਾਨ ਪਾਇਆ ਉਹਨਾਂ ਲੋਕਾਂ ਨੇ। ਉਹ ਅੱਜ ਵੀ ਮੈਂ ਇੱਕ ਇਨਸੀਡੈਂਟ ਕਰਦਾ ਤੁਹਾਡੇ ਨਾਲ ਸਾਂਝਾ ਕਿ ਇੱਕ ਬੰਦਾ ਜਿਹਦੇ ਜਵਾਨ ਮੁੰਡੇ ਦੀ 22-23 ਸਾਲਾਂ ਦੇ ਮੁੰਡੇ ਦੀ ਡੈਥ ਹੋ ਗਈ, ਔਰ ਬੰਦਾ ਸਿੰਘੂ ਬਾਰਡਰ ਤੇ ਬੈਠਾ ਹੋਇਆ ਸੀ, ਔਰ ਮੈਨੂੰ ਉਹਨਾਂ ਗੱਲਾਂ ਨੇ ਬੜਾ ਝੰਜੋੜਿਆ। ਔਰ ਮੈਂ ਫਿਰ ਉਹਦੇ ਲਈ ਆਪਣੇ ਪਿੰਡ ਦਾ ਜਿਹੜਾ ਯੋਗਦਾਨ ਉਹਦੀ ਗੱਲ ਕੀਤੀ। ਮੈਂ ਚਾਹੁੰਦਾ ਕੋਈ ਇਦਾਂ ਦੇ ਇਨਸੀਡੈਂਟ ਜਿਹੜੇ ਕਿਸਾਨਾਂ ਨਾਲ ਮਿਲੇ ਤੁਸੀਂ ਉੱਥੇ ਜਾ ਕੇ, ਕਿਉਂਕਿ ਤੁਹਾਡਾ ਉਹ ਬਣ ਗਿਆ, ਟੈਗ ਬਣ ਗਿਆ ਕਿ ਵੀ ਜ਼ਮੀਰ ਜਿਹੜੀ ਉਹ ਮਰਨੀ ਨਹੀਂ ਚਾਹੀਦੀ ਬਸ ਬੰਦੇ ਦੀ। ਤੇ ਉਹ ਕੋਈ ਕਰਕੇ ਉਸ ਤੋਂ ਬਾਅਦ ਆਪਣੀ ਕੋਈ ਕਵਿਤਾ, ਬਹੁਤ ਹੀ ਖੂਬਸੂਰਤ ਕਵਿਤਾ ਜਿਹੜੀ ਉਹ ਸਾਂਝੀ ਕਰੋ। ਔਰ ਮੈਨੂੰ ਬਹੁਤ ਇਸ ਵੇਲੇ ਮੈਂ ਵੀ ਇਮੋਸ਼ਨਲ ਆ, ਤੁਸੀਂ ਇਮੋਸ਼ਨਲ ਆ ਕਿ ਮੈਨੂੰ ਉਹ ਮੈਂ ਵੀ ਉਸੇ ਜ਼ਮੀਨ ਚੋਂ ਹੀ ਉੱਗਿਆ ਜਿੱਥੋਂ ਤੁਸੀਂ ਮੇਰੇ ਕੋਲ ਜ਼ਿਆਦਾ ਸਟਰਗਲ ਕੀਤਾ। ਮੈਨੂੰ ਉਹਦਾ ਨਾ ਕਰਨਾ ਪਿਆਊਗਾ, ਪਰ ਤੁਸੀਂ ਮਤਲਬ ਉਹ ਮੈਨੂੰ ਚੰਗਾ ਲੱਗਾ ਉਹ ਚੀਜ਼। ਦੇਖੋ ਜਿੱਥੋਂ ਤੱਕ ਕਿਸਾਨ ਅੰਦੋਲਨ ਦੀ ਗੱਲ ਆ, ਹਾਂਜੀ, ਮਤਲਬ ਲੀਡਰ ਵੀ ਉਸ ਦਿਨ ਇਹ ਕਹਿ ਰਹੇ ਸੀਗੇ ਜਿੱਦਣ ਤੁਰਨਾ ਸੀ ਇੱਥੋਂ ਅੰਦੋਲਨ, ਜਥੇਬੰਦੀਆਂ ਨੇ ਐਲਾਨ ਕੀਤਾ ਕਿ ਦਿੱਲੀ ਚਲੋ, ਤੇ ਜਥੇਬੰਦੀਆਂ ਦੇ ਇਹ ਸੁਨੇਹਾ ਸੀ ਕਿ ਜਿੱਥੇ ਪੁਲਿਸ ਰੋਕੂ ਉੱਥੇ ਬਹਿ ਜਾਣਾ। ਪਰ ਮੈਂ ਵਿਜਨ ਪੰਜਾਬ ਦੀ ਟੀਮ ਨੂੰ ਇਹ ਕਹਿ ਕੇ ਨਾਲ ਲੈ ਕੇ ਗਿਆ ਸੀ ਕਿ ਕੱਪੜੇ ਲੈ ਕੇ ਜਾਇਓ, ਅੰਦੋਲਨ ਦਿੱਲੀ ਜਾਣਾ। ਤੇ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਸਾਰਾ ਮੀਡੀਆ ਆਇਆ ਸੀ, ਉਹ ਸਿਰਫ 2-2 ਬੈਟਰੀਆਂ ਲੈ ਕੇ ਆਇਆ ਸੀ ਕਿ ਇੱਥੋਂ ਹੀ ਮੁੜ ਜਾਣਾ, ਪਤਾ ਕਿ ਇੱਥੇ ਪੁਲਿਸ ਨੇ ਮੁੜ ਜਾਣਾ ਬਿਲਕੁਲ। ਤੇ ਮੈਂ ਉੱਥੇ ਸਵੇਰੇ 4:45 ਪਹੁੰਚਿਆ ਆਪਣੀ ਟੀਮ ਨਾਲ, ਤੇ ਉੱਥੋਂ ਅਸੀਂ ਜਦੋਂ ਸਫ਼ਰ ਸ਼ੁਰੂ ਕੀਤਾ ਨਾਕਾ ਟੁੱਟਿਆ ਤੇ ਸਾਡੀ ਗੱਡੀ ਤੇ ਸਾਡੇ ਕੱਪੜੇ ਉੱਥੇ ਹੀ ਰਹਿ ਗਏ। ਅਸੀਂ ਪੈਦਲੇ 8-9 ਕਿਲੋਮੀਟਰ ਚਲੇ ਗਏ ਤੇ ਡਰਾਈਵਰ ਕਹੇ ਭਾਜੀ ਪਿੱਛੇ, ਮੈਂ ਕਿਹਾ ਹੁਣ ਪਿੱਛੇ ਨਹੀਂ ਮੁੜਨਾ। ਟਰੈਕਟਰਾਂ ਨਾਲ ਚੜ, ਟਰਾਲੀਆਂ 'ਚ ਚੜ, ਅਸੀਂ ਪਹਿਲੀ ਰਾਤ ਸੋਨੀਪਤ ਕੱਟੀ ਤੇ ਦੂਸਰੇ ਦਿਨ 11-12 ਵਜੇ ਅਸੀਂ ਉੱਥੇ ਬਾਰਡਰ ਤੇ ਸੀ, ਜਿੱਥੇ ਮੇਰੇ ਵੀ ਪਾਣੀ ਮਾਰਿਆ ਤੇ ਜਦੋਂ ਸਾਡੇ ਅੱਥਰੂ ਗੈਸ ਦੇ ਗੋਲੇ ਮਾਰੇ ਤੇ ਅਸੀਂ ਜਾ ਕੇ ਪਿੱਛੇ ਸ਼ਟਰ ਨਾਲ ਵੱਜੇ। ਤੇ ਉਹ ਮੇਰੀ ਵੀਡੀਓ ਹਰਿਆਣਾ ਨੇ ਬਹੁਤ ਚਲਾਈ ਤੇ ਮੈਂ ਬਾਹਰ ਆ ਗਿਆ ਸੀ। ਮੈਂ ਕਿਹਾ ਪਾਣੀਆਂ ਗੋਲੇ ਕੀ ਮਾਰਦੇ, ਗੋਲੀ ਮਾਰੋ। ਖੇਤਰੀ ਮੀਡੀਆ ਤੋਂ ਡਰ ਲੱਗਦਾ ਨਾ, ਮਾਰੋ ਗੋਲੀ। ਤੇ ਇਸ ਲਈ ਇਸ ਅੰਦੋਲਨ ਨੂੰ ਮੈਨੂੰ ਲੱਗਦਾ ਕਿ ਆਪਾਂ 5-4 ਮਿੰਟ ਦੇ ਵਿੱਚ ਇਹਨੂੰ ਕਰ ਸਕਦੇ ਹਾਂ। ਪੂਰੀ ਵੱਡੀ ਕਹਾਣੀ ਆ। ਹਾਂ, ਮੈਂ 2 ਗੱਲਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਇਸ ਦੇ ਦੌਰਾਨ ਬੇਸ਼ੱਕ ਮੈਂ ਕੁਝ ਅੰਦਰ ਦੀਆਂ ਖਬਰਾਂ, ਸਰਕਾਰੀ ਚਾਲਾਂ, ਉਹ ਮੈਂ ਸਾਰਾ ਕੁਝ ਸਾਹਮਣੇ ਲਿਆਂਦਾ ਰਿਹਾ ਤੇ ਸਰਕਾਰ ਕੀ ਕਰਨ ਜਾ ਰਹੀ ਹੈ, ਕਿਹੜੀ ਉਹਦਾ ਪੈਂਤੜਾ, ਉਹ ਪਹਿਲਾਂ ਮੈਂ ਸਾਹਮਣੇ ਲਿਆਂਦਾ ਰਿਹਾ। ਤੇ ਉਹ ਮੇਰੇ 20-25 ਸਾਲ ਦਾ ਜਿਹੜਾ ਪੱਤਰਕਾਰੀ ਨਾਲ ਵਾਹ ਵਾਸਤਾ ਸੀ, ਉਹਦਾ ਮੇਰਾ ਇੱਕ ਤਜਰਬਾ ਕਹਿ ਲਓ ਜਾਂ ਪਰਮਾਤਮਾ ਦੀ ਮਿਹਰ ਕਹਿ ਲਓ ਕਿ ਮੇਰੇ ਕੋਲ ਸੁਨੇਹੇ ਮਿਲਦੇ ਰਹੇ ਮੈਨੂੰ ਸਹੀ ਥਾਵਾਂ ਤੋਂ, ਮੇਰੇ ਸੂਤਰ ਝੂਠੇ ਨਹੀਂ ਹੋਏ। ਪਰ ਜਦੋਂ ਇਸ ਚੱਲਦੇ ਅੰਦੋਲਨ ਦੇ ਦੌਰਾਨ, ਇਹ ਸ਼ੁਰੂ ਦੇ ਮਹੀਨਿਆਂ ਦੇ ਦੌਰਾਨ ਹੀ, ਕਿਉਂਕਿ ਮੈਂ 4.5 ਮਹੀਨੇ ਤਾਂ ਬਿਲਕੁਲ ਵੀ ਘਰੇ ਨਹੀਂ ਆਇਆ, ਉਸ ਤੋਂ ਬਾਅਦ ਮੈਂ ਫਿਰ ਆਉਣਾ ਜਾਣਾ ਸ਼ੁਰੂ ਕੀਤਾ। ਇਸ ਅੰਦੋਲਨ ਦੇ ਦੌਰਾਨ ਮੈਂ ਗੁਜਰਾਤ ਗਿਆ। ਅੱਛਾ ਜੀ। ਮੈਂ ਨਰਿੰਦਰ ਮੋਦੀ ਹੋਰਾਂ ਦੇ ਭਰਾ ਦੀ ਇੰਟਰਵਿਊ ਕਰਕੇ ਆਇਆ। ਬਿਲਕੁਲ। ਤੇ ਮੈਂ ਉਹਨਾਂ ਨੂੰ ਸਿੱਧਾ ਸਵਾਲ ਸੀਗਾ ਕਿ ਅਬਾਨੀ ਅਡਾਨੀਆਂ ਦਾ ਪੋਤਾ ਦੇਖਣੋਂ ਚਲਾ ਗਿਆ ਤੇ ਕਿਸਾਨਾਂ ਨਾਲ ਗੱਲ ਕਰਨ ਕਿਉਂ ਨਹੀਂ ਆਉਂਦਾ। ਤੇ ਮੈਂ ਉਹਨਾਂ ਮੂਹਰੇ ਗੁਜਰਾਤ ਦੇ ਅੰਕੜੇ ਵੀ ਰੱਖੇ। ਸੋ ਉਸ ਸਮੇਂ ਮੈਂ ਆਪਣੇ ਘਰੇ 3 ਫੋਨ ਨੰਬਰ ਦੇ ਕੇ ਗਿਆ ਸੀ।
ਗੁਜਰਾਤ ਜਾਣ ਤੋਂ ਪਹਿਲਾਂ। ਔਰ ਉਹ 3 ਨੰਬਰ ਨਾ ਮੇਰੇ ਕਿਸੇ ਅਦਾਰੇ ਦੇ ਸੀ, ਨਾ ਕਿਸੇ ਰਿਸ਼ਤੇਦਾਰ ਦੇ ਸੀ, ਉਹ ਮੇਰੇ ਜ਼ਿੰਦਗੀ ਦੇ ਕਮਾਏ ਹੋਏ ਉਹਨਾਂ ਵਿਅਕਤੀਆਂ ਦੇ ਸੀ ਕਿ ਜਿਨ੍ਹਾਂ ਤੇ ਮੈਨੂੰ ਪੂਰਾ ਭਰੋਸਾ, ਆਪਣੇ ਮਾਂ-ਬਾਪ ਤੋਂ ਬਾਅਦ ਮੈਨੂੰ ਲੱਗਦਾ ਕਿ ਉਹੀ ਨੇ। ਮੈਂ ਆਪਣੀ ਘਰ ਵਾਲੀ ਤੇ ਮਾਂ ਨੂੰ ਕਹਿ ਗਿਆ ਸੀ ਕਿ ਜੇ ਕਿਸੇ ਟੈਲੀਵਿਜ਼ਨ ਤੇ ਰੇਡੀਓ ਤੇ ਖਬਰ ਆਵੇ ਕਿ ਪੰਜਾਬ ਦੇ ਇੱਕ ਪੱਤਰਕਾਰ ਨੂੰ ਗੁਜਰਾਤ 'ਚ ਮਾਰ ਦਿੱਤਾ ਗਿਆ ਜਾਂ ਗਾਇਬ ਕਰ ਦਿੱਤਾ ਗਿਆ, ਤਾਂ ਇਹ ਬੰਦਿਆਂ ਨਾਲ ਸੰਪਰਕ ਕਰ ਦਿਓ, ਮੇਰੀ ਲਾਸ਼ ਲਿਆ ਦੇਣਗੇ। ਮੈਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਗਿਆ ਸੀ ਕਿ ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ, ਪਰ ਉੱਥੇ ਜਾ ਕੇ ਹਿੱਕ 'ਚ ਵੱਜਾਂਗੇ ਜ਼ਰੂਰ। ਫਿਰ ਇਸੇ ਤਰ੍ਹਾਂ ਉਸ ਅੰਦੋਲਨ ਦੇ ਦੌਰਾਨ 26 ਜਨਵਰੀ ਦਾ ਕਵੀ ਦਰਬਾਰ ਆਉਂਦਾ। ਉਸ ਕਵੀ ਦਰਬਾਰ ਤੋਂ ਪਹਿਲਾਂ ਮੇਰੇ ਜਵਾਕ ਦਾ ਮੈਨੂੰ ਫੋਨ ਆਉਂਦਾ, ਕਹਿੰਦਾ ਪਾਪਾ ਜੀ ਜਾ ਰਹੇ ਹੋ ਕਵੀ ਦਰਬਾਰ 'ਚ? ਮੈਂ ਕਿਹਾ ਹਾਂ ਪੁੱਤ, ਕਿਉਂ ਕਾਰਡ ਘਰੇ ਵੀ ਆ ਜਾਂਦਾ। ਤੇ ਕਹਿੰਦਾ ਕਿਹੜੀ ਕਵਿਤਾ ਪੜੋਗੇ? ਅੱਛਾ ਜੀ। ਮੈਂ ਕਿਹਾ ਪੁੱਤ ਹੁਣ ਤਾਂ ਕੋਈ ਪੁਰਾਣੀ ਉਹ ਪੜ੍ਹਨੀ ਪੈਣੀ ਕਿ ਇੱਥੇ ਅੰਦੋਲਨ 'ਚ ਲਿਖਣ ਦਾ ਟਾਈਮ ਨਹੀਂ। ਕਹਿੰਦਾ ਫਿਰ ਫਾਇਦਾ ਕੀ ਜੇ ਕਿਸਾਨੀ ਦੇ ਕਵਿਤਾ ਨਾ ਪੜ੍ਹੀ। ਮੈਂ ਰਾਤ ਨੂੰ 1:30 ਵਜੇ ਕਵਿਤਾ ਲਿਖੀ 3 ਚੋਰ, ਤੇ ਉਹ ਬਹੁਤ ਉਹਨੂੰ ਪ੍ਰਵਾਨਗੀ ਮਿਲੀ, ਅਕਾਦਮੀ ਤੇ ਪੜ੍ਹੀ ਤੇ ਮੈਨੂੰ ਸੀਗਾ ਪਤਾ ਨਹੀਂ ਦੋ ਕਿਸੇ ਨੇ ਬੁਲਾਉਣਾ ਕਿ ਨਹੀਂ ਬੁਲਾਉਣਾ। ਤੇ ਇਹ ਉਸ ਦਿਨ ਰਿਕਾਰਡ ਸੀ ਜਿੱਦਣ ਆਖਰੀ ਮੀਟਿੰਗ ਸੀ ਸਰਕਾਰ ਨਾਲ 22 ਜਨਵਰੀ ਨੂੰ। ਉਹ ਫੋਨ ਜਿਹੜਾ ਜਵਾਕ ਦਾ ਆਇਆ ਉਹ ਇਸ ਲਈ ਆਇਆ ਸੀ ਕਿ ਦਾਦੀ ਗੱਲ ਕਰਨਾ ਚਾਹੁੰਦੀ ਆ, ਤੇ ਮੇਰੀ ਮਾਂ ਮੈਨੂੰ ਪੁੱਛਦੀ ਆ ਕਿ ਤੂੰ ਉਹ ਕਵੀ ਦਰਬਾਰ ਤੋਂ ਪਹਿਲਾਂ ਘਰੇ ਆਉਣਾ? ਮੈਂ ਕਿਹਾ ਨਹੀਂ। ਕਹਿੰਦੀ ਤੇਰੇ ਦਫ਼ਤਰ ਤੋਂ ਕਿਸੇ ਨੇ ਆਉਣਾ? ਮੈਂ ਕਿਹਾ ਹਾਂ ਮੁੰਡਿਆਂ ਨੇ ਕੱਲ ਨੂੰ ਆਉਣਾ। ਉਹਨਾਂ ਨੂੰ ਕਹਿੰਦੀ ਕਹੀਂ ਘਰੇ ਹੋ ਕੇ ਜਾਣ। ਮੈਂ ਕੀ ਹੋਇਆ? ਕਹਿੰਦੀ ਮੇਰੇ ਕੋਲ ਨਾ ਇੱਕ ਮੇਰਾ ਸੂਟ ਪਿਆ ਸੀ ਹਰੇ ਰੰਗ ਦਾ ਥਾਨ, ਮੈਂ ਉਹਦਾ ਕੱਟ ਕੇ ਸ਼ਾਲ ਬਣਾਇਆ, ਉਹ ਹਰੀ ਸ਼ਾਲ ਲੈ ਕੇ ਕਵਿਤਾ ਪੜ੍ਹਨਾ। ਓਹੋ ਕੀ ਬਾਤ ਹੈ। ਤੇ ਇਹ ਚੀਜ਼ਾਂ ਤੁਹਾਨੂੰ ਘਰੋਂ ਤਾਕਤ ਤੁਹਾਡੀ ਘਰ ਹੈ, ਮਜ਼ਬੂਤ ਕਰ। ਮਾਂ ਤੇ ਪਿਓ ਜਦੋਂ ਤੁਹਾਡੇ ਨਾਲ ਨੇ, ਜਵਾਕ ਤੇ ਪਤਨੀ ਤੁਹਾਡੇ ਨਾਲ, ਫਿਰ ਲਈ ਕਿਵੇਂ ਹਾਰ ਜਾਓਗੇ? ਤੇ ਸਟੇਜ ਤੇ ਮੈਨੂੰ ਰੋਜ਼ ਸੱਦਾ ਆਉਂਦਾ ਸੀ, ਜਥੇਬੰਦੀਆਂ, ਲੀਡਰ, ਜਿਹੜੀ ਵੀ ਤਰਦੀ ਵਾਰੀ ਦੀ, ਦੀਪਕ ਸਟੇਜ ਤੇ ਜਾ। ਮੈਂ ਕਿਹਾ ਮੈਂ ਜੋ ਕੰਮ ਕਰਨਾ ਮੈਂ ਕਰ ਰਿਹਾ। ਮੈਨੂੰ ਦਿੱਲੀ ਵਾਲਾ ਮੀਡੀਆ ਅਕਸਰ ਕਹਿੰਦਾ ਸੀ ਭਾਈ ਪੰਜਾਬ ਸੇ 32 ਜਥੇਬੰਦੀਆਂ आई हैं, आपने अकेलों ने अपनी 33 बना ली। ਸੋ ਖੇਤਰੀ ਮੀਡੀਆ ਘੱਟ ਸਾਧਨਾਂ ਦੇ ਬਾਵਜੂਦ ਲੜਿਆ। ਸੋ ਕੱਲਾ ਦੀਪਕ ਨਹੀਂ ਲੜਿਆ, ਖੇਤਰੀ ਮੀਡੀਆ ਲੜਿਆ। ਮੈਂ ਸਲਾਮ ਕਰਦਾ ਆਪਣੇ ਉਸ ਮੀਡੀਆ ਨੂੰ ਜਿਨ੍ਹਾਂ ਨੇ ਮੇਰੇ ਤੇ ਵੀ ਭਰੋਸਾ ਕੀਤਾ ਤੇ ਇੱਕ ਦੂਏ ਤੇ ਅਸੀਂ ਵੀ ਕੰਧ ਬਣ ਕੇ ਖੜੇ, ਬਾਹਾਂ 'ਚ ਬਾਹਾਂ ਪਾ ਕੇ ਉਹ ਲੜੇ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਤੇ ਮੈਂ ਜਥੇਬੰਦੀਆਂ ਨੂੰ ਕਿਹਾ ਕਿ ਸਟੇਜ ਤੇ ਉਦਣ ਚੜੋ ਜਦੋਂ ਅਸੀਂ ਅੰਦੋਲਨ ਜਿੱਤ ਲਾਂਗੇ, ਔਰ ਲਾਸਟ ਵਿੱਚ ਔਰ ਮੈਂ ਉਸੇ ਦਿਨ ਚੜਿਆ। ਮੇਰੀਆਂ 2 ਖੁਆਇਸ਼ਾਂ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ, ਇੱਕ ਇਹ ਕਿ ਸਟੇਜ ਤੇ ਤਾਂ ਚੜਨਾ ਜਿੱਦਣ ਅੰਦੋਲਨ ਜਿੱਤ ਲਿਆ, ਉਹ ਤੋਂ ਪਹਿਲਾਂ ਸਟੇਜ ਤੇ ਚੜਨਾ, ਤੇ ਦੂਜਾ ਇਹ ਕਿ ਅੰਦੋਲਨ ਤੋਂ ਪਰਤ ਕੇ ਕਿਸਾਨ ਜ਼ਰੂਰ ਬਣਨਾ। ਸੋ ਪਹਿਲਾ ਵਾਅਦਾ ਪੂਰਾ ਹੋ ਗਿਆ ਜੀ, ਤੇ ਪ੍ਰਮਾਤਮਾ ਦੀ ਮਿਹਰ ਨਾਲ 3 ਕਾਨੂੰਨ ਵਾਪਸ ਹੋਏ, ਆਪਾਂ ਅੰਦੋਲਨ ਜਿੱਤਿਆ। ਤੇ ਮੈਂ ਅਖੀਰਲੇ ਦਿਨ 3 ਮਿੰਟ ਸਟੇਜ ਤੇ ਮੈਂ ਸਾਂਝੇ ਕੀਤੇ, ਬਹੁਤ ਮਕਬੂਲ ਹੋਈਆਂ, 17 ਵੀ ਉਹ ਲੈਣਾ ਵੀ। ਤੇ ਦੂਜਾ ਵਾਅਦਾ ਮੇਰੇ ਨਾਲ ਆਪਣੇ ਆਪ ਨਾਲ, ਚਾਹੇ 2.5 ਮਤਲਬ ਕਿ ਉਹ ਕਨਾਲ ਥਾਂ ਲਵਾਂ, ਪਰ ਕਿਸਾਨ ਜ਼ਰੂਰ ਬਣਨਾ। ਸੋ ਅਜੇ ਉਹਨਾਂ ਸਮਰੱਥ ਨਹੀਂ ਹੋਇਆ, ਕੋਈ ਨਾ, ਜਦੋਂ ਰੱਬ ਨੇ ਉਹ ਬਖਸ਼ੀ, ਪਰ ਜ਼ਿੰਦਗੀ ਜੀ ਕਿਸਾਨ ਬਣਨਾ ਚਾਹੁੰਦਾ ਹੁਣ, ਉਹ ਬਣਾਂਗਾ ਵੀ ਜ਼ਰੂਰ। ਪਰ ਮਿੱਟੀ ਦਾ ਪੁੱਤ ਹੈਗਾ, ਉਹਦੀ ਕੋਈ ਪਰਵਾਹ ਨਹੀਂ। ਉਹ ਜਿਹੜੀ ਮਾਂ ਜਿਹਨੇ ਤੁਹਾਨੂੰ ਉਹ ਹਰਾ ਕੱਪੜਾ ਭੇਜਿਆ ਵੀ ਆਹ ਪੁੱਤ ਲੈ ਕੇ ਪੜ੍ਹਨੀ ਕਵਿਤਾ, ਉਹ ਮਾਂ ਨੂੰ ਸਮਰਪਿਤ ਕਵਿਤਾ ਤੁਹਾਡੀ ਬੜੀ ਮਕਬੂਲ ਹੋਈ ਮਾਂ। ਸੋ ਲਾਸਟ ਵਿੱਚ ਦੀਪਕ ਜੀ ਤੁਸੀਂ ਉਹ ਕਵਿਤਾ ਮਾਂ ਜਿਹੜੀ ਉਹ ਸਾਡੇ ਨਾਲ ਸਾਂਝੀ ਕਰੋ ਜੀ। ਉਹ ਨਜ਼ਮ ਮੈਂ ਇਸ ਹਵਾਲੇ ਨਾਲ ਲਿਖੀ ਕਿ ਪੰਜਾਬ 'ਚ ਪ੍ਰਵਾਸ ਬਹੁਤ ਹੋ ਰਿਹਾ ਸੀ। ਅਸੀਂ ਪਿੰਡਾਂ ਤੋਂ ਸ਼ਹਿਰਾਂ ਤੱਕ ਆ ਗਏ, ਸ਼ਹਿਰਾਂ ਤੋਂ ਅਸੀਂ ਦੂਜੇ ਸੂਬਿਆਂ ਤੱਕ ਚਲੇ ਗਏ, ਤੇ ਅੱਜ ਕੱਲ ਅਸੀਂ 7 ਸਮੁੰਦਰ ਪਾਰ ਚਲੇ ਗਏ। ਫਿਰ ਅਸੀਂ ਸਕਾਈਪ ਤੇ, ਫੋਨ ਤੇ, ਵੀਡੀਓ ਕਾਲਿੰਗ ਤੇ ਹੀ ਘਰੇ ਮੁੜਦੇ ਹਾਂ। ਤੇ ਕਿਹੜੀ ਹਾਲਾਤ 'ਚ ਫਿਰ ਟੱਬਰ ਇਕੱਠਾ ਹੁੰਦਾ, ਮੈਂ ਉਸ ਨੂੰ ਧਿਆਨ ਰੱਖ ਕੇ ਲਿਖਿਆ ਕਿ ਮਾਂ ਤੇ ਬਾਪੂ ਚਾਹੁੰਦੇ ਆ ਕਿ ਬੱਚੇ ਮੁੜ ਆਉਣ, ਪਰ ਅਸੀਂ ਮੁੜਦੇ ਕਿਵੇਂ ਆ ਘਰੇ? ਇਰਸ਼ਾਦ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ? ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ? ਮਾਂ ਤੂੰ ਪਿੱਛੇ ਜੇ ਜਦੋਂ ਬਿਮਾਰ ਹੋਈ ਸੀ ਤਾਂ ਵੱਡੀ ਵੀ ਆਈ, ਛੋਟੀ ਭੈਣ ਵੀ ਗੱਲ ਲੱਗ ਰੋਈ ਸੀ। ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ? ਮਾਂ ਤੂੰ ਪਿੱਛੇ ਜੇ ਜਦੋਂ ਬਿਮਾਰ ਹੋਈ ਸੀ ਤਾਂ ਵੱਡੀ ਵੀ ਆਈ, ਛੋਟੀ ਭੈਣ ਵੀ ਗੱਲ ਲੱਗ ਰੋਈ ਸੀ। ਤਿੰਨੇ ਵੀਰੇ ਵੀ ਮੇਰੇ ਤੈਨੂੰ ਤੱਕਣ ਖਾਤਰ ਆਏ ਸਨ, ਲੋਕ ਲਾਜ ਖਾਤਰ ਹੀ ਸਹੀ, ਭਰਜਾਈਆਂ ਵੀ ਪਿੰਡ ਫੇਰੇ ਪਾਏ ਸਨ। ਮਾਂ ਤੂੰ ਬਿਮਾਰ ਸੀ, ਬਾਪੂ ਦੇ ਚਿਹਰੇ ਉੱਤੇ ਚਾਹ ਸੀ। ਮਾਂ ਤੂੰ ਬਿਮਾਰ ਸੀ, ਬਾਪੂ ਦੇ ਚਿਹਰੇ ਉੱਤੇ ਚਾਹ ਸੀ। ਪੋਤੇ ਪੋਤੀਆਂ, ਦੋਤੇ ਦੋਤੀਆਂ ਖਾਤਰ ਦੁਕਾਨ ਤੋਂ ਪੁੱਛੇ ਭਾਈ ਸੇਬਾਂ ਦਾ ਕੀ ਭਾਅ ਸੀ। ਸਾਂਝੇ ਚੁੱਲ੍ਹੇ ਚੜੀ ਦਾਲ, ਅੱਜ ਰੋਟੀ ਦਾ ਵੱਖਰਾ ਹੀ ਸਵਾਦ ਸੀ। ਸਾਂਝੇ ਚੁੱਲ੍ਹੇ ਚੜੀ ਦਾਲ, ਅੱਜ ਰੋਟੀ ਦਾ ਵੱਖਰਾ ਹੀ ਸਵਾਦ ਸੀ। ਮਾਂ ਤੂੰ ਬਿਮਾਰ ਸੀ, ਪਰ ਤੇਰਾ ਵਿਹੜਾ ਅੱਜ ਆਬਾਦ ਸੀ। ਬਚਪਨ ਵਾਲੀ ਚੁਲਬਲ ਚੁਲਬਲ ਅੱਜ ਫਿਰ ਆਪਣੇ ਘਰ ਹੋਈ ਸੀ। ਬਚਪਨ ਵਾਲੀ ਚੁਲਬਲ ਚੁਲਬਲ ਅੱਜ ਫਿਰ ਆਪਣੇ ਘਰ ਹੋਈ ਸੀ। ਕੱਲਿਆਂ ਦਾ ਰੋਣਾ ਭੁੱਲ, ਕੱਲਿਆਂ ਦਾ ਰੋਣਾ ਭੁੱਲ, ਆਪਣੀ ਫੁਲਵਾੜੀ ਵੇਖ, ਮਾਂ ਤੂੰ ਵੀ ਤਾਂ ਖੁਸ਼ੀ ਚੱਲ ਰਹੀ ਸੀ। ਮਾਂ ਤੂੰ ਲੱਖ ਬੁਲਾਵੇਂ, ਮਾਂ ਤੂੰ ਲੱਖ ਬੁਲਾਵੇਂ, ਵਕਤ ਨਹੀਂ ਦਾ ਬਹਾਨਾ ਲਾਈਏ, ਸਹੁਰੇ ਜਾਈਏ, ਯਾਰਾਂ ਨਾਲ ਟੂਰ ਲਗਾਈਏ, ਛੁੱਟੀ ਵਾਲਾ ਦਿਨ ਸ਼ਹਿਰ 'ਚ ਸੌਂ ਕੇ ਬਤਾਈਏ।
ਮਾਂ ਤੂੰ ਲੱਖ ਬੁਲਾਵੇਂ ਵਕਤ ਨਹੀਂ ਦਾ ਬਹਾਨਾ ਲਾਈਏ ਸਹੁਰੇ ਜਾਈਏ ਯਾਰਾਂ ਨਾਲ ਟੂਰ ਲਗਾਈਏ ਛੁੱਟੀ ਵਾਲਾ ਦਿਨ ਸ਼ਹਿਰ 'ਚ ਸੌਂ ਕੇ ਬਿਤਾਈਏ ਮਾਂ ਕੰਮ ਬੜੇ ਨੇ ਮਾਂ ਕੰਮ ਬੜੇ ਨੇ ਇਹ ਕਹਿ ਪਿੰਡੋਂ ਖੇੜਾ ਛਡਾਈਏ ਮਾਂ ਤੇਰੀ ਬਿਮਾਰੀ ਦੀ ਖਬਰ ਨੇ ਸਭ ਨੂੰ ਵਿਹਲੇ ਕਰਤਾ ਮਾਂ ਤੇਰੀ ਬਿਮਾਰੀ ਦੀ ਖਬਰ ਨੇ ਸਭ ਨੂੰ ਵਿਹਲੇ ਕਰਤਾ ਮਾਂ ਤੇਰੀ ਬਿਮਾਰੀ ਨੇ ਤੇਰਾ ਟੱਬਰ ਇਕੱਠਾ ਕਰਤਾ ਫਿਰ ਤੋਂ ਵੀਰਾਂ ਨੂੰ ਮਿਲਣ ਨੂੰ ਦਿਲ ਕਰਦਾ ਹੈ ਫਿਰ ਤੋਂ ਵੀਰਾਂ ਨੂੰ ਮਿਲਣ ਨੂੰ ਦਿਲ ਕਰਦਾ ਹੈ ਬਾਪੂ ਵੀ ਸਭਨਾਂ ਨੂੰ ਯਾਦ ਕਰ ਹੌਂਕੇ ਜਿਹੇ ਭਰਦਾ ਹੈ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ ਮਾਂ ਲੰਮੀ ਹੋਵੇ ਉਮਰ ਤੇਰੀ ਪਰ ਤੂੰ ਅੱਧ ਮੋਈ ਜੀ ਕਦ ਹੋਏਗੀ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ ਮਾਂ ਤੂੰ ਫਿਰ ਬਿਮਾਰ ਬਹੁਤ ਸਹੀ ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਆਪਣੇ ਭੈਣ ਭਰਾਵਾਂ ਨੂੰ ਮੈਂ ਆਪਣੇ ਆਪ ਤੇ ਲਾਗੂ ਕਰਕੇ ਲਿਖੀਆਂ ਸੀ ਸਤਰਾਂ ਕਿ ਜਦੋਂ ਅਸੀਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਹਾਂ ਨਾ ਫਿਰ ਸਾਨੂੰ ਲੱਗਦਾ ਕਿ ਇਹ ਮੁਕਾਮ ਮੈਂ ਹਾਸਲ ਕੀਤਾ ਫਿਰ ਅਸੀਂ ਆਪਣੇ ਮਾਂ-ਬਾਪ ਦਾ ਯੋਗਦਾਨ ਆਪਣੇ ਭੈਣ ਭਰਾਵਾਂ ਦਾ ਸਹਿਯੋਗ ਆਪਣੇ ਅਧਿਆਪਕਾਂ ਦਾ ਸਾਥ ਆਪਣੇ ਰਾਹ ਦਸੇਰਾਂ ਦਾ ਸੁਨੇਹਾ ਸਾਰਾ ਕੁਝ ਭੁੱਲ ਜਾਂਦੇ ਸਾਨੂੰ ਲੱਗਦਾ ਕਿ ਮੈਂ ਹਾਸਲ ਕੀਤਾ ਮੈਂ ਉਹਨਾਂ ਸਾਥੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਦੋਂ ਤੁਹਾਨੂੰ ਲੱਗੇ ਕਿ ਮੈਂ ਹਾਸਲ ਕਰ ਲਿਆ ਤਾਂ ਮੇਰੀਆਂ ਸਤਰਾਂ ਜ਼ਰੂਰ ਯਾਦ ਰੱਖਿਓ ਖੁਰ ਗਈ ਕੁਲਫੀ ਸਾਰੀ ਹੱਥ ਵਿੱਚ ਡੱਕਾ ਰਹਿ ਗਿਆ ਖੁਰ ਗਈ ਕੁਲਫੀ ਸਾਰੀ ਹੱਥ ਵਿੱਚ ਡੱਕਾ ਰਹਿ ਗਿਆ ਹਰਿਆ ਮੈਂ ਜਿੱਤੀ ਬਾਜੀ ਹੱਥ ਵਿੱਚ ਜੱਕਾ ਰਹਿ ਗਿਆ ਖੁਰ ਗਈ ਕੁਲਫੀ ਸਾਰੀ ਹੱਥ ਵਿੱਚ ਡੱਕਾ ਰਹਿ ਗਿਆ ਹਰਿਆ ਮੈਂ ਜਿੱਤੀ ਬਾਜੀ ਹੱਥ ਵਿੱਚ ਜੱਕਾ ਰਹਿ ਗਿਆ ਜਦ ਤੋਂ ਮੰਗ ਲਿਆ ਹੱਕ ਆਪਣਾ ਤਦ ਤੋਂ ਬੋਲਦੇ ਨਹੀਂ ਭੈਣ ਭਰਾ ਜਦ ਤੋਂ ਮੰਗ ਲਿਆ ਹੱਕ ਆਪਣਾ ਤਦ ਤੋਂ ਬੋਲਦੇ ਨਹੀਂ ਭੈਣ ਭਰਾ ਰਾਸ਼ਨ ਕਾਰਡ ਵਿੱਚ ਹੀ ਬਸ ਉਹਨਾਂ ਦਾ ਸਕਾ ਰਹਿ ਗਿਆ ਟੋਕ ਟੋਕ ਪੜਾਏ ਸਾਰੇ ਟੋਕ ਟੋਕ ਪੜਾਏ ਸਾਰੇ ਉਹਨਾਂ ਦੀ ਨਜ਼ਰੀ ਮੈਂ ਕੱਬਾ ਰਹਿ ਗਿਆ ਅਨਪੜ੍ਹ ਗਵਾਰ ਦੱਸਦੇ ਮੈਨੂੰ ਅੰਗੂਠਾ ਛਾਪ ਦਾ ਧੱਬਾ ਰਹਿ ਗਿਆ ਸੈਟਲ ਹੋਣ ਦੇ ਨਾਂ ਤੇ ਤੁਰ ਗਏ ਸਭ ਦੇਸ਼ਾਂ ਵਿਦੇਸ਼ਾਂ ਨੂੰ ਮੈਂ ਹੋਇਆ ਸਵਾਰ ਜਿਸ ਗੱਡੀ 'ਚ ਸਟੇਸ਼ਨ ਤੇ ਉਹ ਡੱਬਾ ਰਹਿ ਗਿਆ ਸਟੇਸ਼ਨ ਡੱਬਾ ਬਹੁਤ ਅੱਛੇ ਦੀਪਕ ਜੀ ਅੱਜ ਮੈਨੂੰ ਬਹੁਤ ਇਸ ਗੱਲ ਦਾ ਫਖਰ ਆ ਕਿ ਮੈਂ ਤੁਹਾਡੀ ਸੰਗਤ ਵਿੱਚ ਹਾਂ ਸੋ ਇਸ ਕਰਕੇ ਨਾ ਜਿਹੜਾ ਸੰਗਤ ਮਾਣਦੇ ਅਸੀਂ ਕਿਸੇ ਬੰਦੇ ਦੀ ਕਿਸੇ ਚੰਗੇ ਬੰਦੇ ਦੀ ਉਹ ਸਾਨੂੰ ਵੱਡਾ ਕਰ ਦਿੰਦੀ ਹੈ ਸੋ ਅਸੀਂ ਨਾ ਇਹ ਜਿਹੜਾ ਦੀਪਕ ਚਨਾਰਥਲ ਹੋਣੀ ਅੱਜ ਸਾਡੇ ਵਿੱਚ ਨੇ ਸਾਡੇ ਕੋਲ ਨੇ ਔਰ ਸਾਨੂੰ ਸਮਾਂ ਵੀ ਨਹੀਂ ਪਤਾ ਲੱਗਾ ਵੀ ਕਿਹੜੇ ਵੇਲੇ ਗੁਜ਼ਰ ਗਿਆ ਆਮ ਤੌਰ ਤੇ ਸਾਡੇ ਪ੍ਰੋਗਰਾਮ ਦਾ ਸਮਾਂ ਥੋੜਾ ਹੁੰਦਾ ਪਰ ਅਸੀਂ ਸਮਾਂ ਅੱਜ ਦੇਖਿਆ ਹੀ ਨਹੀਂ ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਪੰਜਾਬੀ ਭਰਾਵਾਂ ਦਾ ਜਿਨ੍ਹਾਂ ਨੇ ਇਸ ਗੱਲਬਾਤ ਨੂੰ ਸੁਣਿਆ ਹੋਏਗਾ ਔਰ ਇਹ ਗੱਲਾਂ ਬੜੀਆਂ ਧਰਤੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜਦੋਂ ਧਰਤੀ ਨਾਲ ਜੁੜਦੇ ਆ ਜੜ੍ਹਾਂ ਨਾਲ ਜੁੜਦੇ ਆ ਤੇ ਫਿਰ ਪੱਤੇ ਆਪਣੇ ਆਪ ਹੀ ਖਿਲਾਉਂਦੇ ਨੇ ਫੁੱਲ ਖਿਲਦੇ ਨੇ ਫਲ ਲੱਗਦੇ ਨੇ ਸੋ ਇਹ ਫੁਲਵਾੜੀ ਇਸੇ ਤਰ੍ਹਾਂ ਖਿੜੀ ਰਵੇ ਔਰ ਦੀਪਕ ਜੀ ਇਸੇ ਤਰ੍ਹਾਂ ਮੰਜ਼ਿਲਾਂ ਸਰ ਕਰਦੇ ਰਹਿਣ ਔਰ ਅਸੀਂ ਇਹਨਾਂ ਦੀ ਆਮਦ ਦੀ ਉਡੀਕ ਕਰਦੇ ਰਵਾਂਗੇ ਬਹੁਤ ਬਹੁਤ ਸ਼ੁਕਰੀਆ ਜਦੋਂ ਹੱਕ ਮਾਰੋਗੇ ਹਾਜ਼ਰ ਹੋਵਾਂਗੇ ਸ਼ੁਕਰੀਆ